साढ़े बड़े बड़े भाग हैं कि किस तरह एक एक होर कड़ी विच गुरु नानक दी फुलवाड़ी च गुरसिखड़े सजदे पिया नाल और सानू वो मार्गदर्शन वो अद्भुत नज़ारे जिन्हों मैं कहांगा गुरबानी दे और गुरबानी की गहराई दे विच जदों तक ना जाओ तो उपरों ते बड़ा ही एक मेटलिस्टिक दा वातावरण लगता है कि जिस तरीके नाल साडे वीर जसमीत सिंह जी सानू उस गहराई दे विच डुबकी मारवान वास्ते यतनशील होके साढ़े 10वें द्वार तक टच करवा रहे हैं, बहुत ही आनंद विच और सानू एक अद्भुत नज़ारे दे विच लैके जाने की कोशिश करते हैं। वाकई वो एक ऐसा मार्ग है कहने कि जिसनों समझना जिसनों कहना विचारना बड़ा ही औखा है और उन्होंने एक्सपीरियंस करना और वो एक्सपेरिमेंट वे नाल एक्सपीरियंसिंग करना और उहदे नाल कनेक्ट होकर ट्रैवल करना वो ते बहुत ही अगली स्टेज आ जाती है। सो वीर जी प्लीज़ कम फॉरवर्ड, कोई टाइम होर असी ना लेंदे हुए तुहानू बेनती करांगे कि उस सच दा मार्ग धर्म की पौड़ी को वड भागी पाए उहदे विच सानू लैके अगे अपने तरीके दे नाल शब्दांजलि दे नाल और उस वैकेबलरी दे नाल सानू समझाने दी यतनशील करो ताकि साडे हिरदियां विच भी वो इस तरह गढ़ जाए कि जिस तरह कहते हैं ना कि पूरे का पूरा एक असी किला गढ़ देता है उस तरह हो जाए ताकि साडियां सारियां दे हिरदियां विच नाम दा वासा हो सके। ओवर टू यू वीर जसमीत जी। वाहिगुरु जी का खालसा, वाहिगुरु जी की फतेह। गुरमत हर हर मीठा लगा, गुर मीठे बचन कढ़ावे गो, सतगुर बानी पुरख पुरखोत्तम, बानी स्यों चित लावे गो। गुरबाणी सुनत मेरा मन द्रव्या, मन पीना निज घर आवे गो, तहां अनहद धुनी बाजै नित बाजै, नीझर धार चुआवे गो। श्लोक महला पंजवा। मित्र प्यारा नानक जी मैं हब वंजाई छोड़िया, मित्र प्यारा नानक जी मैं छड़ गवाया, रंग कसुंबे पुली तो सज्जन की मैं कीम न पांदी, हाँ तुद बिन अड न रहंदी, मित्र प्यारा नानक जी मैं छड़ गवाया, रंग कसुंबे पुली तो सज्जन की मैं कीम न पांदी, हाँ तुद बिन अड न रहंदी। महला पंजवा। सस विरायन नानक जियो ससुरावादी, जेठो पो पोलू है
ਹਬੇ ਪਸ ਪੁਣੇਂਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੂੰ ਉਠਾ ਚਿਤ ਤਿਸ ਦਰਦ ਨਿਵਾਰਣੋ ਜਿਸ ਤੂੰ ਉਠਾ ਚਿਤ ਤਿਸ ਕਦੇ ਨਾ ਹਾਰਣੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਣੋ ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਪਾਲਣੋ ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣਨੋ ਉਹ ਸਭਨਾ ਕੀ ਰੇਨ ਬਿਰਹੀ ਚਾਰਣੋ ਸਭ ਤੇਰੇ ਚੋਜ ਵਿਡਾਨ ਸਭ ਤੇਰਾ ਕਾਰਣੋ ਸਭ ਤੇਰੇ ਚੋਜ ਵਿਡਾਨ ਸਭ ਤੇਰਾ ਕਾਰਣੋ। ਭਾਗਾ ਮਾਲਿਓ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਮੇਰੀ ਮਤ ਬੋਰੀ ਮੈਂ ਰਾਮ ਵਿਸਾਰੇ। ਇਸ ਸ਼ਬਦ ਦੀ ਵਿਚਾਰ ਅਸਾਂ ਸਾਰਿਆਂ ਨੇ ਪਿਛਲੀ ਵਾਰੀ ਰਲ ਮਿਲ ਕੇ ਸਾਂਝੀ ਕੀਤੀ ਸੀ। ਉਸ ਸ਼ਬਦ ਵਿੱਚ ਅਸਾਂ ਸਾਰਿਆਂ ਨੇ ਇਹ ਚੀਜ਼ ਸਮਝੀ ਸੀ ਕਿ ਮੇਰੀ ਸੋਚਣੀ ਦੇ ਢੰਗ ਨੂੰ ਘਰ ਕੀ ਨਾਰ ਆ ਤੇ ਉਸ ਘਰ ਕੀ ਨਾਰ ਦਾ ਜਨਮ ਜਿੱਥੋਂ ਹੁੰਦਾ ਪਿਆ ਹੈ ਕਿਉਂਕਿ ਉਹ ਘਰ ਕੀ ਨਾਰ ਮੇਰਾ ਸਾਥ ਨਿਭਾਉਂਦੀ ਪਈ ਹੈ, ਮੇਰੀ ਜੀਵਨ ਸਾਥੀ ਹੈ ਤੇ ਜਿੱਧਰੋਂ ਘਰ ਕੀ ਨਾਰ ਦਾ ਜਨਮ ਹੁੰਦਾ ਪਿਆ ਉਹਨੇ ਮੇਰੇ ਸੱਸ ਤੇ ਮੇਰਾ ਸਹੁਰਾ। ਅਸਾਂ ਇਹ ਵੀ ਬਿਲਕੁਲ ਆਰਾਮ ਨਾਲ ਸਹਿਜੇ ਸਹਿਜੇ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਵਾਲੇ ਸੱਸ ਤੇ ਉਹ ਵਾਲੇ ਸਹੁਰੇ ਕਰਕੇ ਤੇ ਉਹ ਵਾਲੇ ਜੇਠ ਕਰਕੇ ਮੈਂ ਦੁਖੀ ਕਿਵੇਂ ਹਾਂ। ਸਾਸ ਕੀ ਦੁਖੀ ससुर की प्यारी जेठ के नाम डरोरे। इस विषय ਨੂੰ ਅਸੀਂ ਪਿਛਲੀ ਵਾਰੀ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਮੇਰਾ ਚਿੱਤ ਕੀਤਾ ਕਿ ਤੁਹਾਡੇ ਅਗਲੇਰੇ ਦਿੱਤੇ ਹੋਏ ਸ਼ਬਦਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਇਸ ਵਿਸ਼ੇ ਨੂੰ ਥੋੜੀ ਬਰੀਕੀ ਨਾਲ ਹੋਰ ਪੱਕਾ ਕਰ। ਅੱਜ ਜਿਸ ਪੌੜੀ ਤੇ ਉਸ ਪੌੜੀ ਦੇ ਨਾਲ ਦੋ ਸ਼ਲੋਕਾਂ ਜਿਹੜੇ ਦਰਜ ਨੇ ਉਹਨਾਂ ਦਾ ਪਾਠ ਅਸਾਂ ਸਾਰਿਆਂ ਨੇ ਰਲ ਮਿਲ ਕੇ ਸਾਂਝਾ ਕੀਤਾ। ਇਹ ਰਾਮਕਲੀ ਕੀ ਵਾਰ ਵਿੱਚੋਂ ਗੁਰੂ ਅਰਜਨ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੈ। ਇਹਦੇ ਵਿੱਚ ਜਿਹੜਾ ਦੂਜਾ ਸ਼ਲੋਕ ਹੈ ਉਸ ਦੂਜੇ ਸ਼ਲੋਕ ਦੇ ਵਿੱਚ ਵੀ ਸੱਸ ਦਾ, ਸਹੁਰੇ ਦਾ ਤੇ ਜੇਠ ਦਾ ਜ਼ਿਕਰ ਹੈ। ਪਰ ਇਸ ਪੌੜੀ ਦੇ ਨਾਲ ਜਿਹੜਾ ਪਹਿਲਾ ਸ਼ਲੋਕ ਦਰਜ ਹੈ ਉਸ ਪਹਿਲੇ ਸ਼ਲੋਕ ਦੇ ਵਿੱਚ ਇੱਕ ਹੋਰ ਨਵਾਂ ਰਿਸ਼ਤਾ ਜੁੜਦਾ ਪਿਆ। ਉਹ ਨਵਾਂ ਰਿਸ਼ਤਾ ਹੈ ਮਿੱਤਰ ਦਾ, ਦੋਸਤ ਦਾ। ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਅੱਜ ਦੇ ਟੌਪਿਕ ਦੇ ਵਿੱਚ ਕੀ ਸਮਝਾਉਂਦੇ ਪਏ ਨੇ ਆਓ ਸਾਰੇ ਰਲ ਮਿਲ ਕੇ ਸਮਝਣ ਦਾ ਵਿਚਾਰਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਓ ਇੱਕ ਵਾਰ ਫਿਰ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਭ ਤੇਰੇ ਚੋਜ ਵਿਡਾਨ ਸਭ ਤੇਰਾ ਕਾਰਨ। ਅਸਾਂ ਸਾਰਿਆਂ ਨੇ ਕਈ ਵਾਰੀ ਇਹ ਚੀਜ਼ ਨੂੰ ਵਿਚਾਰਿਆ ਹੈ, ਸਮਝਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਅਨੇਕ ਇਹੋ ਜਿਹੇ ਸ਼ਬਦ ਆਉਂਦੇ ਨੇ ਜਿਨ੍ਹਾਂ ਸ਼ਬਦਾਂ ਦੇ ਵਿੱਚ ਰਹਾਉ ਦਾ ਬੰਦ ਤੇ ਅਸਾਂ ਇਹ ਬਾਰ-ਬਾਰ ਰਿਪੀਟ ਕਰਦੇ ਹਾਂ ਕਿ ਰਹਾਉ ਦਾ ਬੰਦ ਸ਼ਬਦ ਦਾ ਸੈਂਟਰਲ ਆਈਡੀਆ, ਕੇਂਦਰੀ ਭਾਵ ਜੇ ਅਸੀਂ ਰਹਾਉ ਨੂੰ ਨਹੀਂ ਸਮਝਿਆ, ਰਹਾਉ ਤੇ ਸਮਾਂ ਨਹੀਂ ਪਾਇਆ, ਰਹਾਉ ਤੇ ਨਾ ਟਿਕੇ, ਹੋ ਸਕਦਾ ਵਿਚਾਰ ਕਰਦਿਆਂ, ਸੁਣਦਿਆਂ, ਸਮਝਦਿਆਂ ਸਾਨੂੰ ਟਪਲਾ ਲੱਗ ਜਾਏ। ਇਸ ਕਰਕੇ ਰਹਾਉ ਤੇ ਠਹਿਰਨਾ,
ਰੁਕਣਾ, ਸਮਝਣਾ ਅਤੇ ਲਾਜ਼ਮੀ। ਅਸਾਂ ਇਹ ਵੀ ਸਮਝਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਅਨੇਕ ਸ਼ਬਦ ਆਣਗੇ ਜਿਨ੍ਹਾਂ ਸ਼ਬਦਾਂ ਦੇ ਵਿੱਚ ਦੋ ਰਹਾਉ ਦੇ ਬੰਦ ਨੇ, ਜਿਨ੍ਹਾਂ ਦੇ ਵਿੱਚ ਪਹਿਲਾ ਰਹਾਉ ਦਾ ਬੰਦ ਇੱਕ ਸਵਾਲ ਖੜਾ ਹੈ ਤੇ ਦੂਜੇ ਰਹਾਉ ਦੇ ਬੰਦ ਵਿੱਚ ਉਸ ਸਵਾਲ ਦਾ ਜਵਾਬ। ਪਰ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਵਾਰਾਂ ਵੀ ਆਉਂਦੀਆਂ। ਵਾਰ ਦਾ ਅਸਲ ਭਾਵ ਹੈ ਪੌੜੀਆਂ ਦਾ ਇਕੱਠ। ਵਾਰ ਦਾ ਅਸਲ ਰੂਪ ਹੀ ਪੌੜੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ 22 ਵਾਰਾਂ। ਜਦੋਂ ਵਾਰ ਨੂੰ ਅਸੀਂ ਦੇਖੀਏ, ਸਮਝੀਏ, ਪੜ੍ਹੀਏ, ਕਿਉਂਕਿ ਅਸਲ ਰੂਪ ਪੌੜੀ ਹੈ, ਗੁਰੂ ਸਾਹਿਬ ਨੇ ਬੜੀ ਮਿਹਨਤ ਦੇ ਨਾਲ ਉਸ ਪੌੜੀ ਦੇ ਨਾਲ, ਉਸ ਟੌਪਿਕ ਦੇ ਨਾਲ ਜਿਹੜੇ ਰਲਦੇ ਹੋਏ, ਉਸ ਟੌਪਿਕ ਨੂੰ ਹੋਰ ਖੋਲਦੇ ਹੋਏ ਸ਼ਲੋਕ ਸੀ, ਉਸ ਪੌੜੀ ਦੇ ਨਾਲ ਦਰਜ ਕਰ ਦਿੱਤੇ। ਪੌੜੀ ਦੇ ਨਾਲ ਦਰਜ ਕਰਨ ਤੋਂ ਬਾਅਦ ਜਿਹੜੇ ਸ਼ਲੋਕ ਵਧੇ ਹੋਏ ਸੀ, ਵਧੀਕ ਸੀ, ਉਹਦਾ ਇੱਕ ਵੱਖਰਾ ਸਿਰਲੇਖ ਆਇਆ ਸ਼ਲੋਕ ਵਾਰਾਂ ਤੇ ਵਧੀਕ। ਵਾਰਾਂ ਨਾਲ ਦਰਜ ਕਰਨ ਤੋਂ ਬਾਅਦ ਜਿਹੜੇ ਸ਼ਲੋਕ ਵਧੇ ਹੋਏ ਸੀ, ਉਹਦਾ ਇੱਕ ਟੌਪਿਕ ਆਇਆ ਵਾਰਾਂ ਤੇ ਵਧੀਕ। ਪਿਛਲਾ ਦਿਨੇ ਅਸੀਂ ਉਹਦੇ ਵਿੱਚੋਂ ਇੱਕ ਸ਼ਲੋਕ, ਦੋ ਸ਼ਲੋਕ ਡਿਸਕਸ ਕੀਤੇ ਸੀ। ਰੇਮਨ ਡੀਂਗ ਨਾ ਡੋਲੀਏ, ਸਿੱਧੇ ਮਾਰਗ ਦਾਓ, ਅਸਾਂ ਸਾਰਿਆਂ ਨੇ ਸਮਝਿਆ ਸੀ। ਪਰ ਜਦੋਂ ਅਸੀਂ ਦੇਖਦੇ ਪਿਆ, ਵਿਚਾਰਦੇ ਪਿਆ ਕਿ ਅਸਲ ਰੂਪ ਪੌੜੀ ਹੈ, ਭਾਵ ਜਿਹੜਾ ਸੈਂਟਰਲ ਆਈਡੀਆ ਹੈ ਪੌੜੀ ਦੇ ਵਿੱਚ ਚੱਲਦਾ ਪਿਆ, ਤੇ ਪੌੜੀ ਦਾ ਸੈਂਟਰਲ ਆਈਡੀਆ, ਪੌੜੀ ਦਾ ਤੱਤ ਭਾਵ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਆਉਂਦਾ ਹੈ। ਇਸੇ ਕਰਕੇ ਤੁਸੀਂ ਨੋਟ ਕਰਿਓ, ਜਦੋਂ ਵੀ ਆਸਾ ਕੀ ਵਾਰ ਦਾ ਕੀਰਤਨ ਕੀਤਾ ਜਾਂਦਾ, ਅਕਸਰ ਤਬਲੇ ਵਾਲਾ ਸਾਥੀ ਉਸ ਪੌੜੀ ਨੂੰ ਰਿਪੀਟ ਕਰਦਾ ਹੈ, ਦੁਹਰਾਉਂਦਾ ਹੈ, ਪੜ੍ਹਦਾ ਹੈ, ਤੇ ਉਸ ਪੌੜੀ ਨੂੰ ਰਿਪੀਟ ਕਰਕੇ ਉਸ ਪੌੜੀ ਦੀ ਅਖੀਰਲੀ ਪੰਕਤੀ ਨੂੰ ਵੀ ਰਿਪੀਟ ਕਰਦਾ ਹੈ। ਪਰ ਇਹ ਸਿਸਟਮ ਕਿਧਰੋਂ ਚੱਲਿਆ? ਇਹਦਾ ਕਾਰਨ ਐਸੀ ਕਿਉਂਕਿ ਉਸ ਜਗ੍ਹਾ ਤੇ ਸੈਂਟਰਲ ਆਈਡੀਆ ਹੈ, ਉਸਨੂੰ ਬਰੀਕੀ ਨਾਲ ਸਮਝ। ਅੱਜ ਪੌੜੀ ਦੀ ਅਖੀਰਲੀ ਪੰਕਤੀ ਹੈ, ਸਭ ਤੇਰੇ ਚੋਜ ਵਿਡਾਨ, ਸਭ ਤੇਰਾ ਕਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਚੋਜ ਤੇ ਵਿਡਾਨ, ਹੈਰਾਨ ਕਰ ਦੇਣ ਵਾਲੀ ਗੱਲ, ਅਚਰਜ ਕਰਨ ਦੇਣ ਵਾਲਾ ਤਮਾਸ਼ੇ, ਇਹ ਸ਼ਬਦ ਇਕੱਠੇ ਵਰਤੇ। ਮਿਸਾਲ ਦੇ ਤੌਰ ਤੇ, ਮੇਰੇ ਸਾਹਿਬਾ ਤੇਰੇ ਚੋਜ ਵਿਡਾਨ, ਫਿਰ ਲਫ਼ਜ਼ ਵਰਤੇ ਚੋਜ ਤੇ ਵਿਡਾਨ। ਹੁਣ ਕਿਉਂ ਹੈਰਾਨ ਕਰਨ ਦੇਣ ਵਾਲੀ ਗੱਲ ਕਹਿ ਰਹੀ ਹੈ? ਮੇਰੇ ਸਾਹਿਬਾ ਤੇਰੇ ਚੋਜ ਵਿਡਾਨਾ, ਜਲ ਥਲ ਮਹੀਲ ਭਰਪੂਰ ਲੀਨਾ, ਆਪੇ ਸਰਬ ਸਮਾਨਾ। ਬੰਦਾ ਹੈਰਾਨ ਤਦ ਹੁੰਦਾ ਹੈ ਕੁਦਰਤ ਦੇ ਨਿਯਮ ਨੂੰ ਵੇਖ ਕੇ, ਉਹਦੇ ਅੰਦਰ ਅਚਰਜ ਤਾਂ ਆਉਂਦਾ ਹੈ ਜੇ ਉਹਦਾ ਦਿਮਾਗ ਖੁੱਲਿਆ ਹੋਇਆ, ਉਹ ਹਰ ਜਗ੍ਹਾ ਤੋਂ ਸਿੱਖਣ ਲਈ ਤਿਆਰ। ਜਦੋਂ ਉਹ ਸਿੱਖਣ ਲਈ ਤਿਆਰ ਬੈਠਾ ਹੋਇਆ, ਫਿਰ ਉਹ ਰੋਜ਼ ਦੀ ਜ਼ਿੰਦਗੀ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਦੇਖੇਗਾ, ਸਮਝੇਗਾ, ਹੰਡਾਏਗਾ, ਉਹਨਾਂ ਚੀਜ਼ਾਂ ਵਿੱਚ ਕਿਵੇਂ ਉਹ ਨਿਯਮ ਕੰਮ ਕਰਦਾ ਪਿਆ, ਉਹ ਦੇਖ ਕੇ ਉਹਨੂੰ ਬੜੀ ਹੈਰਾਨੀ। ਪਰ ਇੱਕ ਮੁਸ਼ਕਿਲ ਆਨ ਖਲੋਤੀ। ਅਸੀਂ ਜਦੋਂ ਸਾਡੇ ਘਰ ਦੇ ਵਿੱਚ ਮੰਨ ਲਓ ਕੋਈ ਬੱਚਾ ਹੋਏ, ਜੇ ਉਹ ਬੱਚਾ ਪੜ੍ਹਾਈ ਨਾ ਕਰਦਾ ਹੋਏ, ਹਰ ਵਕਤ ਮਸਤੀ ਕਰਦਾ ਰਹੇ, ਉਸ ਬੱਚੇ ਨੂੰ ਕੀ ਕਿਹਾ ਜਾਂਦਾ? ਪੁੱਤ ਵੇ ਪੜ੍ਹਾਈ ਕਰ ਲੈ, ਐਗਜ਼ਾਮਸ ਸਿਰ ਤੇ। ਜੇ ਬੱਚਾ ਅੱਗੋਂ ਜਵਾਬ ਦੇ, ਜਦੋਂ ਮੇਰੇ ਤੇ ਕਿਰਪਾ ਹੋਏਗੀ, ਇਹ ਬੜੀ ਹੈਰਾਨ ਕਰਨ ਦੇਣ ਵਾਲੀ ਖੇਲ ਹੈ, ਜਦ ਮੇਰੇ ਤੇ ਕਿਰਪਾ ਹੋਏਗੀ, ਉਹ ਰੱਬ ਨੇ ਕਿਰਪਾ ਕਰ ਦਿੱਤੀ ਤਾਂ ਮੈਂ ਪੜ੍ਹਾਈ ਕਰਾਂਗਾ। ਕਿ ਅਸੀਂ ਇਸ ਸੋਚ ਨੂੰ ਐਕਸੈਪਟ ਕਰਾਂਗੇ? ਜੇ ਅਸੀਂ ਕੋਈ ਬਿਜ਼ਨਸ ਕਰਦੇ ਹਾਂ, ਉਸ ਬਿਜ਼ਨਸ ਦੇ ਵਿੱਚ ਅਸੀਂ ਕਿਸੇ ਬੰਦੇ ਨੂੰ ਕਹੀਏ ਕਿ ਭਲਿਆ ਪੁਰਖਾ, ਇਹ ਇੱਕ ਪਾਰਸਲ, ਇਸ ਪਾਰਸਲ ਨੂੰ ਤੂੰ ਇਸ ਜਗ੍ਹਾ ਤੇ ਛੱਡ ਕੇ ਆ। 1 2 3 ਦਿਨਾਂ ਬਾਅਦ ਉਸ ਕੋਲੋਂ ਪੁੱਛੀਏ ਕਿ ਤੂੰ ਉਹ ਪਾਰਸਲ ਛੱਡ ਆਇਆ ਸੀ, ਅੱਗੋਂ ਉਹ ਜਵਾਬ ਦੇ ਨਹੀਂ, ਸਿਰਫ ਹੱਦ ਹੋ ਗਈ। ਤੈਨੂੰ ਅਸੀਂ 3 ਦਿਨ ਪਹਿਲਾਂ ਦੱਸਿਆ ਸੀ ਕਿ ਬੜਾ ਜ਼ਰੂਰੀ ਪਾਰਸਲ ਹੈ, ਤੂੰ ਛੱਡ ਕੇ ਆਣਾ ਹੈ, ਤੂੰ ਛੱਡ ਕੇ ਕਿਉਂ ਨਹੀਂ ਆਇਆ? ਕਹਿੰਦਾ ਵੀ ਬੜਾ ਹੈਰਾਨ ਕਰ ਦੇਣ ਵਾਲਾ ਖੇਲ ਹੈ, ਮੇਰੇ ਤੇ ਕਿਰਪਾ ਹੋਈ ਨਹੀਂ। ਕਿਉਂਕਿ ਕਿਰਪਾ ਨਹੀਂ ਹੋਈ, ਇਸ ਕਰਕੇ ਪਾਰਸਲ ਪਹੁੰਚਿਆ ਨਹੀਂ। ਕਿ ਅਸੀਂ ਉਸ ਸੋਚ ਨੂੰ ਬਰਦਾਸ਼ਤ ਕਰਾਂਗੇ? ਪਰ ਅਸੀਂ ਕਰਦੇ ਹਾਂ। ਜਦੋਂ ਉਹ ਸੇਮ ਚੀਜ਼ ਸਾਡੇ ਆਪਣੇ ਉੱਤੇ ਆ ਗਈ,
ਜਦੋਂ ਅਸੀਂ ਬੰਦਿਆਂ ਵਾਲੇ ਕੰਮ ਕਰਨੇ ਹੋਈਏ, ਜਦੋਂ ਅਸੀਂ ਸਮਝ ਜਾਈਏ ਕਿ ਸਾਡੀ ਹਾਲਤ ਕਰਕੇ ਅਸੀਂ ਆਪ ਦੁਖੀ ਆ, ਸਾਡੀ ਹਾਲਤ ਕਰਤੂਤ ਅਸ਼ੋਕੀ ਵਾਲੀ ਹੋਈ, ਜਦੋਂ ਸਾਨੂੰ ਕੋਈ ਕਹੇ ਜਾਂ ਸਾਨੂੰ ਕੋਈ ਸੱਚ ਦਾ ਸੁਨੇਹਾ ਸਾਡੇ ਅੰਦਰੋਂ ਉਹ ਤੁਰਕੀ ਬਾਣੀ ਦਾ ਸੁਨੇਹਾ ਸਾਨੂੰ ਸਮਝ ਆਏ, ਸਾਡਾ ਅਕਸਰ ਇੱਕ ਬਹਾਨਾ ਹੁੰਦਾ ਹੈ ਜੀ, ਹਰ ਚੀਜ਼ ਹਰ ਬੰਦਾ ਤੇ ਨਹੀਂ ਕਰ ਸਕਦਾ ਨਾ, ਹਰ ਚੀਜ਼ ਹਰ ਬੰਦਾ ਤੇ ਨਹੀਂ ਮੰਨ ਸਕਦਾ ਨਾ, ਜਦੋਂ ਕਿਰਪਾ ਹੋਏਗੀ ਤਾਂ ਮੈਂ ਸੁਧਰ ਜਾਣਾ। ਕਿਧਰ ਨਾ ਕਿਧਰ ਇੱਕ ਹਿਪੋਕ੍ਰੇਸੀ ਕੰਮ ਕਰਦੀ ਪਈ ਹੈ। ਕੋਈ ਹੋਰ ਇਹ ਸਟੇਟਮੈਂਟ ਬੋਲੇ ਤੇ ਮੈਂ ਇਹ ਬੋਲਦਾ ਪਿਆ ਕਿਹੋ ਜਿਹੀਆਂ ਗੱਲਾਂ ਕਰਦਾ ਪਿਆ। ਪੜ੍ਹਾਈ ਕਰਨੀ ਹੈ ਤੈਂ ਕਰਨੀ, ਅਗਰ ਕੋਈ ਪੈਕੇਜ ਨੂੰ ਡਿਲੀਵਰ ਕਰਨਾ ਹੈ ਤੈਂ ਕਰਨਾ ਹੈ। ਹੁਣ ਜੇ ਸੁਧਰਨਾ ਤੇ ਮੈਂ ਸੁਧਰਨਾ, ਪਰ ਮੈਂ ਕੀ ਕਰ ਦਿੱਤਾ, ਦੋਸ਼ ਪਾਤਾ ਰੱਬ ਤੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ एक चीज बिल्कुल स्पष्ट करती है, पूरे का किया सब कुछ पूरा। नियम बिल्कुल पूर्ण तौर ते सच और सदीवी सच वरतदा पे, ਉਹਦੇ ਅੰਦਰ ਕੋਈ ਵੀ ਚੀਜ਼ ਅਧੂਰੀ ਨਹੀਂ। ਪਰ ਹੈਰਾਨ ਕਰਨ ਦੇਣ ਵਾਲੀ ਖੇਲ ਕਿਹੜੀ ਚੱਲਦੀ ਪਈ ਹੈ, ਜਦੋਂ ਗੁਰੂ ਸਾਹਿਬ ਅੱਜ ਕਹਿੰਦੇ ਪਏ ਨੇ ਸਭ ਤੇਰੇ ਚੋਜ ਵਿਟਾ। ਭਗਤ ਰਵਿਦਾਸ ਜੀ ਸਰਬ ਦੇ ਨਾਲ ਇੱਕ ਲਫ਼ਜ਼ ਹੋਰ ਵਰਤਦੇ ਨੇ, ਉਹ ਹੈ ਇੱਕ। ਹੈ ਇੱਥੇ ਪੈਂਦੇ ਪਏ ਨੇ ਸਭ, ਤੇ ਭਗਤ ਰਵਿਦਾਸ ਸਰਬ ਨਾਲ ਲਫ਼ਜ਼ ਵਰਤੇ ਪਏ ਨੇ ਇੱਕ। ਸਰਬੈ ਏਕ ਅਨੇਕੇ ਸੁਆਮੀ ਹੈ। ਇੱਕ ਪਾਸੇ ਆ ਗਿਆ ਸਰਬ, ਜੋ ਅਸੀਂ ਪੜ੍ਹਦੇ ਹਾਂ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਉਹ ਰਮਈਆ, ਉਹ ਨਿਯਮ, ਉਹ ਹਰ ਜਗ੍ਹਾ ਕੰਮ ਕਰਦਾ ਪਿਆ। ਪਰ ਭਗਤ ਸਾਹਿਬ ਕਹਿੰਦੇ ਪਏ ਨੇ ਸਰਬੈ, ਲਫ਼ਜ਼ ਫਿਰ ਵਰਤੇ ਹੈ ਸਰਬੈ, ਪਰ ਅੱਗੇ ਕਹਿਤਾ ਉਹ ਜਿਹੜਾ ਸਰਬ, ਉਹ ਜਿਹੜਾ ਨਿਯਮ ਹੈ ਉਹ ਕਿਵੇਂ ਕੰਮ ਕਰਦਾ ਪਿਆ। ਸਰਬੈ ਏਕ ਅਨੇਕੇ ਸੁਆਮੀ, ਇਹਨੂੰ ਕਹਿੰਦੇ ਪਏ ਨੇ ਪਸਰਿਆ ਹੋਇਆ। ਸਰਬੈ ਏਕ ਅਨੇਕੇ ਸੁਆਮੀ, ਸਭ ਘਟ ਭੁਗਵੈ ਸੋਈ, ਕਹਿ ਰਵਿਦਾਸ हाथ पे नेरे सहजे होई सोई। इतना नेड़े कर देता, मतलब एक चीज पता लगी कि जदों सर्वे की गल चलती पई है, उस नियम की गल चलती पई है, हुण ओ नियम मेरे अंदर भी काम करता पे। हुण जे मेरे अंदर काम करता पे, मेरे अंदर काम कौन करता पे, मैनू कौन चलांदा पे, जो एक बड़ा हैरान करन देने वाला खेल करता पे, वो है मेरा मन। जरूर मेरा मन उस नियम की पालना करता पे, वो अपने पोटेंशियल नू समझ सके। ਅਸੀਂ ਨਾ ਅਕਸਰ ਇਹ ਸੋਚਦੇ ਹਾਂ ਕਿ ਜਦੋਂ ਅਸੀਂ ਇਹ ਚੀਜ਼ ਹਾਸਲ ਕਰ ਲਈ ਫਿਰ ਜ਼ਿੰਦਗੀ ਦਾ ਆਨੰਦ ਮਾਣਾਂਗੇ। ਅਸੀਂ ਮੰਨ ਲਓ ਪਲਾਨ ਬਣੇ ਕਿ ਜਦੋਂ ਅਗਰ ਕੋਵਿਡ ਨਹੀਂ ਰਿਹਾ, ਦਿਨ ਸੁਧਰੇ, ਅਸੀਂ ਸਾਰਿਆਂ ਨੇ ਜਾਣਾ ਹੈ ਲੱਦਾਖ। ਸਾਡੀ ਸੋਚ ਕੀ ਹੋਏਗੀ, ਜਦੋਂ ਅਸੀਂ ਲੱਦਾਖ ਜਾਈਏ, ਅਸੀਂ ਲੱਦਾਖ ਪਹੁੰਚ ਜਾਵਾਂਗੇ, ਉੱਥੇ ਪਹੁੰਚ ਕੇ ਅਸੀਂ ਇੱਕ ਹਫ਼ਤਾ ਰੁਕਾਂਗੇ, ਉਧਰ ਪੈਂਗੋਂਗ ਜਾਵਾਂਗੇ, ਨੁਬਰਾ ਜਾਵਾਂਗੇ, ਉਧਰ ਬੜੇ ਨਜ਼ਾਰੇ ਮਾਣਾਂਗੇ, ਬੜੀ ਐਸ਼ ਪ੍ਰਸਤੀ ਕਰਾਂਗੇ। ਹੁਣ ਉਹ ਤੇ ਹੈ ਇੱਕ ਹਫ਼ਤੇ ਦਾ ਸਿਸਟਮ, ਬਟ ਅਸਲ ਨਜ਼ਾਰਾ ਕਿਹੜਾ ਹੈ, ਅਸਲ ਆਨੰਦ ਕਿਹੜਾ ਹੈ, ਉਸ ਲੱਦਾਖ ਤੇ ਜਾਣ ਤੱਕ ਜਿਹੜੀ ਸਟਰਗਲ ਹੈ, ਜਿਹੜੀ ਪਲੈਨਿੰਗ ਹੈ, ਜਿਹੜੀ ਸੋਚ ਵਿਚਾਰ ਕਰਨੀ। ਹੁਣ ਜੇ ਬੰਦਾ ਉਸ ਚੀਜ਼ ਨੂੰ ਵੀ ਆਨੰਦ ਮਾਣਨਾ ਸਿੱਖ ਜਾਏ ਕਿ ਮੈਂ ਪਹਿਲੇ ਲੱਦਾਖ ਕਿਵੇਂ ਜਾਣਾ ਹੈ, ਉਸ ਪਲੈਨਿੰਗ ਨੂੰ ਮੈਂ ਆਨੰਦ ਮਾਣਾ, ਉਸਨੂੰ ਮੈਂ ਪੂਰਨ ਤੌਰ ਤੇ ਬਿਲਕੁਲ ਪਲਾਨਡ ਵੇ ਨਾਲ ਟ੍ਰਿਪ ਕਰਾਂ। ਜਦੋਂ ਮੈਂ ਸਫ਼ਰ ਕਰਦਾ ਪਿਆ, ਉਸ ਸਫ਼ਰ ਨੂੰ ਵੀ ਮੈਂ ਇੰਜੋਏ ਕਰਾਂ, ਉਹਦਾ ਆਨੰਦ ਮਾਣਾ। ਫਿਰ ਜਦੋਂ ਮੈਂ ਉਧਰ ਪਹੁੰਚਾਂਗਾ, ਹੁਣ ਭਾਵੇਂ ਉਹ ਚੀਜ਼ ਤੇ ਥੋੜੀ ਹੈ, ਸਕਸੈਸ ਨੂੰ ਇੰਜੋਏ ਕਰਨਾ ਹੈ ਨਾ, ਉਹ ਸਕਸੈਸ ਦਾ ਪੀਰੀਅਡ ਬੜਾ ਥੋੜਾ ਹੁੰਦਾ। ਪਰ ਜਦੋਂ ਉਹ ਚੀਜ਼ ਅਚੀਵ ਕਰਨੀ ਹੋਏ, ਉਹਦੇ ਲਈ ਜਿਹੜੀ ਸਟਰਗਲ ਹੁੰਦੀ ਹੈ ਨਾ, ਉਹ ਸਟਰਗਲ ਪੂਰੀ ਜ਼ਿੰਦਗੀ ਦੀ ਹੁੰਦੀ ਹੈ। ਜਦੋਂ ਬੰਦੇ ਨੇ ਉਸ ਸਟਰਗਲ ਨੂੰ ਇੰਜੋਏ ਕਰਨਾ ਸਿੱਖ ਲਿਆ, ਫਿਰ ਜੋ ਐਂਡ ਆਊਟਪੁੱਟ ਆਏਗਾ ਨਾ, ਉਸ ਐਂਡ ਆਊਟਪੁੱਟ ਦੇ ਵਿੱਚ ਉਹਨੂੰ ਅਸਲ ਵਿੱਚ ਤਸੱਲੀ ਹੋਣੀ ਹੈ। ਸਾਡੀ ਦਿੱਕਤ ਇੱਥੇ ਆਣ ਖਲੋਤੀ ਹੋਈ ਕਿ ਅਸੀਂ ਉਸ ਸਟਰਗਲ ਲਈ ਆਲਸੀ ਹੋ ਗਏ। ਕਿਉਂਕਿ ਉਸ ਸਟਰਗਲ ਲਈ ਆਲਸੀ ਹੋ ਗਏ, ਇਸ ਕਰਕੇ ਜੇ ਐਂਡ ਆਊਟਪੁੱਟ ਸਾਡੀ ਮਨਪਸੰਦ ਨਾ ਨਿਕਲੀ, ਅਸੀਂ ਹਮੇਸ਼ਾ ਦੋਸ਼ ਕਿਸੇ ਹੋਰ ਤੇ, ਜਾਂ ਇੱਕ ਬਾਰ ਇੱਕ ਰੱਬ ਬਣਾਤਾ, ਉਸ ਰੱਬ ਤੇ ਦੋਸ਼ ਪਾਇਆ। ਕਿਉਂ? ਕਿਉਂਕਿ ਮੇਰੀ ਕਿਸਮਤ ਹੀ ਨਹੀਂ ਸੀ। ਪਰ ਅਸੀਂ ਇਹ ਨਾ ਸਮਝ ਸਕੇ ਕਿ ਅਸੀਂ ਆਪਣੇ ਭਾਗ ਕਿਵੇਂ ਆਪ ਉੱਚੇ ਕਰਦੇ ਪਏ ਨੇ। ਭਾਵੇਂ ਰੋਜ਼ ਪੜ੍ਹਦੇ ਹਾਂ, ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਪੜ੍ਹਦੇ ਰੋਜ਼ ਆ, ਪਰ ਬਲੇਮ ਕਿਸੇ ਹੋਰ ਤੇ ਪਾ ਦਿੰਦੇ। ਪਰ ਗੁਰੂ ਸਾਹਿਬ ਇੱਕ ਚੀਜ਼ ਸਪਸ਼ਟ ਕਰਦੇ ਪਏ ਨੇ, ਭਲਿਆ ਪੁਰਖਾ ਤੈਨੂੰ ਚਲਾਉਂਦਾ ਪਿਆ ਤੇਰਾ ਮਨ, ਤੇਰਾ ਸੋਚਣੀ ਦਾ ਤਾਂ। ਪਰ ਇਹ ਵੀ ਹੈਰਾਨ ਕਰ ਦੇਣ ਵਾਲੀ ਖੇਲ ਵਾਪਰਦੀ ਪਈ ਹੈ, ਜਦੋਂ ਤੇਰਾ ਮਨ
ਹਰਜਨ ਬਣ ਗਿਆ, ਤੂੰ ਕਰਤਾ ਤੂੰ ਹੁਆ ਹੋ ਗਿਆ। ਜਦੋਂ ਤੇਰਾ ਮਨ ਇਹੋ ਜਿਹਾ ਬਣ ਚੁੱਕੇ ਕਿ ਜਿਹਦੇ ਅੰਦਰ ਰਾਮ ਕਬੀਰਾ ਏਕ ਪਏ ਹੋ ਚੁੱਕੇ, ਜਦੋਂ ਤੇਰਾ ਮਨ ਜਿੰਨਾ ਨਾ ਵਿਸਰੇ ਨਾਮ ਸੇਕ ਨਹੀਂ ਆ, ਭੇਦ ਨਾ ਜਾਣੋ ਮੂਲ ਸਾਈ ਜਿਹਾ ਬਣ ਚੁੱਕਿਆ। ਹੁਣ ਤੇਰਾ ਮਨ ਫੈਸਲੇ ਪਰਫੈਕਟ ਲੈਂਦਾ ਪਿਆ। ਹੈਰਾਨ ਕਰ ਦੇਣ ਵਾਲੀ ਖੇਲ ਹੈ ਨਾ। ਤਾਂ ਇਹ ਮਨ ਵੀ ਕੁਝ ਕ੍ਰੀਏਟ ਕਰੇਗਾ। ਜੋ ਕਰਤਾ ਪੁਰਖ ਦਾ ਕਨਸੈਪਟ ਸਮਝਦਾ ਪਿਆ, ਇਹ ਮਨ ਸਮਝ ਜਾਏਗਾ ਕਿ ਸਰੀਰਕ ਤੌਰ ਤੇ ਮੇਰੀ ਇੱਕ ਹੱਦ ਹੈ, ਇੱਕ ਸੀਮਾ ਹੈ। ਹਰ ਇੱਕ ਦਾ ਜਨਮ ਹੋਇਆ, ਹਰ ਇੱਕ ਨੇ ਮਰਨਾ, ਪਰ ਮੈਂ ਸੋਚ ਕੇ ਜਾਵਾਂ ਕਿ ਜੀਂਦੇ ਜੀ ਮੈਂ ਕੀ ਕਰਕੇ ਜਾਂਦਾ। ਜਦੋਂ ਉਸ ਅਨੁਸਾਰ ਜ਼ਿੰਦਗੀ ਜੀਂਦਾ ਪਿਆ, ਇਹਦਾ ਮਨ ਹਰਜਨ ਦੇ ਫਲਸਫੇ ਨੂੰ ਮੰਨੇਗਾ। ਪਰ ਇੱਕ ਦੂਜਾ ਪਾਸਾ ਵੀ ਹੈ। ਕਿਉਂ? ਕਿਉਂਕਿ ਬਾਣੀ ਸਪਸ਼ਟ ਕਰਦੀ ਪਈ ਹੈ, ਕਬਹੂ ਜਿਹੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਕਦੀ ਕਦੀ ਤੇ ਬੜਾ ਖੁਸ਼ ਰਹਿੰਦਾ, ਭੰਗੜੇ ਪਾਉਂਦਾ, ਤੇ ਕਦੀ ਡਿਪਰੈਸ਼ਨ ਦੀਆਂ ਗੱਲਾਂ ਕਰਦਾ। ਕਿਉਂ? ਕਿਉਂਕਿ ਲੋਭੀ ਚਿਹਰਾ ਫਿਰ ਨਾ ਰਹੇ, ਤੇ ਅਸਲ ਦੇ ਵਿੱਚ ਲੋਭ ਕੰਮ ਕਰਦਾ ਪਿਆ। ਹੁਣ ਉਸ ਲੋਭ ਕਰਕੇ ਤੂੰ ਇੱਕ ਚੀਜ਼ ਨਹੀਂ ਛੱਡਦਾ ਪਿਆ, ਜਿਸ ਨੂੰ ਕਹਿੰਦੇ ਪਏ ਨੇ ਚਤੁਰਾਈ ਚੱਲਣੀ। ਇੱਕ ਪਾਸੇ ਅਜੀਬ ਜਿਹਾ ਖੇਲ ਸੀ, ਮੇਰਾ ਮਨ ਹਰਜਨ ਬਣ ਸਕਦਾ ਸੀ, ਪਰ ਕਿਉਂਕਿ ਚਤੁਰਾਈ ਦੇ ਵਿੱਚ ਰਿਹਾ, ਤੇ ਇੱਕ ਦੂਜਾ ਪਾਸਾ ਵੀ ਆ ਗਿਆ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਹਰਜਨ ਬਣ ਗਿਆ ਹੁੰਦਾ, ਤੂੰ ਸਭ ਕੁਝ ਹਾਸਲ ਕਰ ਸਕਦਾ ਸੀ, ਪਰ ਕਿਉਂਕਿ ਤੂੰ ਚਲਾਕੀਆਂ ਚਤੁਰਾਈਆਂ ਦੇ ਵਿੱਚ ਰਿਹਾ, ਤੇ ਗੁਰੂ ਸਾਹਿਬ ਕਹਿੰਦੇ ਪਏ ਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਚਤੁਰਾਈ ਨਾਲ ਤੂੰ ਕੁਝ ਪਾ ਨਹੀਂ ਪਾ ਰਿਹਾ, ਬਲਕਿ ਸਗੋਂ ਹੁੰਦਾ ਕੀ ਪਿਆ ਹੈ, ਤੂੰ ਚਤੁਰਾਈਆਂ ਕਰਦਾ ਪਿਆ, ਤੂੰ ਕੁਝ ਗਵਾਉਂਦਾ ਪਿਆ। ਜਿੱਧਰੋਂ ਸਾਡੇ ਅੱਜ ਦੇ ਪਹਿਲੇ ਸ਼ਲੋਕ ਦੀ ਆਰੰਭਤਾ ਹੁੰਦੀ ਪਈ ਹੈ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ। ਗਵਾ ਦਿੱਤਾ। ਗਵਾਇਆ ਕਿਸ ਨੂੰ? ਮਿੱਤਰ। ਬਸ ਇੱਕ ਪਹਿਲੇ ਰਿਸ਼ਤੇ ਵੱਲ ਅੱਜ ਅਸੀਂ ਪਹਿਲਾਂ ਰੁਕੀਏ। ਪਹਿਲਾ ਰਿਸ਼ਤਾ ਹੈ ਮਿੱਤਰ। ਦੁਨੀਆ ਦੇ ਵਿੱਚ ਨਾ ਕਈ ਇਹੋ ਜਿਹੇ ਰਿਸ਼ਤੇ ਹੁੰਦੇ ਨੇ, ਜਿਹੜੇ ਰਿਸ਼ਤੇ ਕੁਦਰਤੀ ਤੌਰ ਤੇ ਸਾਡੇ ਬਣਦੇ ਨੇ। ਮਿਸਾਲ ਦੇ ਤੌਰ ਤੇ ਕੋਈ ਬੰਦਾ ਆਪਣੇ ਮਾਤਾ ਨੂੰ, ਆਪਣੇ ਪਿਤਾ ਨੂੰ ਚੂਜ਼ ਨਹੀਂ ਕਰਦਾ। ਕੋਈ ਮਾਤਾ ਜਾਂ ਪਿਤਾ ਆਪਣੇ ਧੀ ਨੂੰ ਜਾਂ ਪੁੱਤਰ ਨੂੰ ਚੂਜ਼ ਨਹੀਂ ਕਰਦੇ। ਇਹ ਕੁਦਰਤ ਦੇ ਨਿਯਮ ਦੇ ਅਨੁਸਾਰ। ਹੁਣ ਸਿਮਿਲਰਲੀ ਇਸ ਰਿਸ਼ਤੇ ਦੇ ਨਾਲ ਜੁੜੇ ਹੋਏ ਅਨੇਕ ਰਿਸ਼ਤੇ, ਜਿਹਨੂੰ ਅਸੀਂ ਕਹਿੰਦੇ ਹਾਂ ਦਾਦਕਿਆਂ ਦੇ ਰਿਸ਼ਤੇ ਤੇ ਨਾਨਕਿਆਂ ਦੇ ਰਿਸ਼ਤੇ, ਉਹ ਅਨੇਕ ਰਿਸ਼ਤੇ ਬਣਦੇ ਨੇ ਜਿਨ੍ਹਾਂ ਨੂੰ ਅਸੀਂ ਚੂਜ਼ ਨਹੀਂ ਕਰਦੇ। ਇਹ ਕੁਦਰਤੀ ਸਾਡੇ ਹੁੰਦੇ। ਪਰ ਇੱਕ ਇਹੋ ਜਿਹਾ ਰਿਸ਼ਤਾ ਹੈ ਜਿਹੜਾ ਹਰ ਬੰਦਾ ਚੂਜ਼ ਕਰਦਾ ਹੈ। ਉਹ ਕੌਣ ਹੈ? ਆਪਣੇ ਦੋਸਤ, ਆਪਣੇ ਮਿੱਤਰ। ਕਈ ਵਾਰੀ ਇੰਜ ਵਾਪਰਦਾ ਹੈ ਕਿ ਉਸ ਦੋਸਤ ਨਾਲ ਇਹੋ ਜਿਹਾ ਰਿਸ਼ਤਾ ਹੁੰਦਾ ਹੈ ਕਿਉਂਕਿ ਉਹ ਦੋਸਤ ਕੁਝ ਚੀਜ਼ਾਂ ਇਹੋ ਜਿਹਾ ਸਮਝਦਾ ਹੈ। ਤੇ ਦੂਜਾ ਕਾਰਨ, ਬੰਦਾ ਨਹੀਂ ਚਾਹੁੰਦਾ ਕਿ ਮੈਂ ਆਪਣੇ ਭੈਣ ਭਰਾ ਨੂੰ ਜਾਂ ਆਪਣੇ ਮਾਤਾ ਪਿਤਾ ਨੂੰ ਕੋਈ ਟੈਨਸ਼ਨ ਦਾਂ। ਅਕਸਰ ਇਹ ਵਾਪਰਦਾ ਹੈ ਜਦੋਂ ਵੀ ਕੋਈ ਸੰਕਟ, ਕੋਈ ਪਰੇਸ਼ਾਨੀ ਇੱਕ ਬੰਦਾ ਝੇਲ ਰਿਹਾ ਹੁੰਦਾ ਹੈ, ਜੂਝ ਰਿਹਾ ਹੁੰਦਾ ਹੈ, ਉਸ ਬਾਤ ਨੂੰ ਕੇਵਲ ਤਾਂ ਕੇਵਲ ਉਹਦੇ ਦੋਸਤ ਨੂੰ ਪਤਾ ਹੁੰਦੀ, ਹੋਰ ਕਿਸੇ ਨੂੰ ਨਹੀਂ ਪਤਾ। ਕਿਉਂਕਿ ਦੋਸਤ ਨਾਲ ਇਹੋ ਜਿਹਾ ਰਿਸ਼ਤਾ ਹੈ, ਮਨੁੱਖ ਦੀ ਆਪਣੀ ਚੋਣ ਹੈ। ਇਹ ਕੁਦਰਤੀ ਤੌਰ ਤੇ ਨਹੀਂ ਬਣੇ, ਮਨੁੱਖ ਦਾ ਆਪਣਾ ਫੈਸਲਾ ਹੈ। ਤੇ ਕੁਝ ਇਹੋ ਜਿਹੇ ਦੋਸਤ ਹੁੰਦੇ ਨੇ ਜੋ ਬਚਪਨ ਦੇ ਤੁਹਾਡੇ ਦੋਸਤ ਹੁੰਦੇ ਨੇ, ਉਹ ਹਰ ਵਕਤ ਤੁਹਾਡਾ ਸਾਥ ਨਿਭਾਉਂਦੇ ਨੇ। ਉਹਨਾਂ ਨੂੰ ਤੁਹਾਡੀ ਜ਼ਿੰਦਗੀ ਦੀ ਹਰ ਚੀਜ਼ ਬਾਰੇ ਪਤਾ। ਗੁਰੂ ਸਾਹਿਬ ਵੀ ਇਹੋ ਜਿਹੇ ਬਚਪਨ ਦੇ ਨਾਲ, ਜਿਵੇਂ ਇੱਕ ਬਚਪਨ ਦਾ ਦੋਸਤ ਤੇਰਾ ਸਾਥ ਨਿਭਾਉਂਦਾ ਹੈ ਨਾ, ਗੁਰੂ ਸਾਹਿਬ ਇੱਕ ਇਹੋ ਜਿਹੀ ਦੋਸਤ ਦਾ ਜ਼ਿਕਰ ਕਰਦੇ ਪਏ ਨੇ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ। ਜਿਹੜਾ ਸੱਚਾ ਗਿਆਨ ਹੈ ਨਾ, ਜਿਵੇਂ ਇੱਕ ਚਾਈਲਡਹੁੱਡ ਫਰੈਂਡ ਹੁੰਦਾ ਹੈ, ਇਵੇਂ ਸੱਚਾ ਗਿਆਨ ਵੀ ਨਾ ਉਹ ਮਿੱਤਰ ਹੈ। ਪਰ ਇੱਕ ਚੀਜ਼ ਹੋਰ ਨੋਟ ਕਰਿਓ, ਮਿੱਤਰਤਾ ਕਦੀ ਵੀ ਇੱਕ ਤਰਫਾ ਨਹੀਂ ਹੁੰਦੀ। ਜੇ ਮੈਂ ਕਹਿ ਦਾਂ ਤੂੰ ਮੇਰਾ ਦੋਸਤ, ਜਦੋਂ ਬਚਪਨ ਵਿੱਚ ਸਕੂਲ ਵਿੱਚ ਹੁੰਦੇ ਸੀ, ਜਿਵੇਂ ਫਰੈਂਡਸ਼ਿਪ ਡੇ ਆਏ ਤੇ ਉਹਦੇ ਵਿੱਚ ਨਾ ਉਹ ਫਰੈਂਡਸ਼ਿਪ ਬੈਂਡ ਬੰਨੇ ਜਾਂਦੇ ਸੀ। ਤੇ ਬੰਦਾ ਅਕਸਰ ਇਹ ਸੋਚਦਾ ਕਿ ਜਿਸ ਨੂੰ ਮੈਂ ਫਰੈਂਡਸ਼ਿਪ ਬੈਂਡ ਬੰਦਾ ਪਿਆ ਨਾ, ਉਹ ਵੀ ਮੈਨੂੰ ਫਰੈਂਡਸ਼ਿਪ ਬੈਂਡ ਬੰਨੇ, ਤਾਂ ਕਿ ਪਤਾ ਲੱਗੇ ਨਾ ਕਿ ਅਸੀਂ ਬੈਸਟ ਫਰੈਂਡਸ ਹਾਂ। ਹੁਣ ਇੱਕ ਬਸ ਇਹ ਤੇ ਹੋ ਗਿਆ, ਸਤਿਗੁਰ ਮਿੱਤਰ ਮੇਰਾ ਬਾਲ ਸਖਾਈ। ਹੁਣ ਅਗਰ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹੈ, ਹੁਣ ਦੋਸਤ ਨਾਲ ਬੰਦਾ ਆਪਣੇ ਦਿਲ ਦੀਆਂ ਗੱਲਾਂ ਕਰਦਾ ਹੈ। ਗੁਰੂ ਇੱਕ ਚੀਜ਼ ਹੋਰ ਸਪਸ਼ਟ ਕਰਦਾ ਹੈ, ਗੋਹਜ ਗਲ ਜੀ ਕੀ ਕੀਚੈ ਸਤਿਗੁਰ ਪਾਸ। ਉਹ ਜੋ ਤੈਨੂੰ ਜ਼ਿੰਦਗੀ ਵਿੱਚ ਪ੍ਰੋਬਲਮ ਹੈ, ਸੱਚਾ ਗਿਆਨ ਲੈ ਕੇ ਤੂੰ ਆਪ ਉਹ ਸੱਚਾ ਗਿਆਨ ਉਸ ਦੋਸਤ ਵਾਂਗ ਤੇਰਾ ਸਾਥ ਨਿਭਾਏਗਾ। ਉਹ ਸੱਚਾ ਗਿਆਨ ਤੇਰੀ ਪ੍ਰੋਬਲਮ ਨੂੰ ਸੋਲਵ ਕਰਨ ਵਿੱਚ ਮਦਦ ਕਰੇਗਾ। ਪਰ ਇੱਕ ਸਵਾਲ ਖੜਾ ਹੋਇਆ ਕਿ ਇਹ ਦੋਸਤੀ ਦੋ ਤਰਫਾ ਹੈ।
ਗੁਰੂ ਸਾਹਿਬ ਕਹਿੰਦੇ ਪਏ ਨੇ ਜੇ ਤੂੰ ਕਹਿੰਦਾ ਪਿਆ ਨਾ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਗੁਰੂ ਸਾਹਿਬ ਵੀ ਅੱਗੇ ਪਤਾ ਕੁਝ ਕਹਿੰਦੇ ਪਏ ਨੇ। ਗੁਰੂ ਕੀ ਕਹਿੰਦਾ, ਸੱਚਾ ਗਿਆਨ ਕੀ ਕਹਿੰਦਾ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਹੁਣ ਇੱਕ ਰਿਸ਼ਤਾ ਪੈਦਾ ਹੁੰਦਾ ਪਿਆ, ਇੱਕ ਮਿੱਤਰਤਾ ਹੀ ਜੁੜਦੀ ਪਈ ਹੈ। ਹੁਣ ਉਹ ਮਿੱਤਰਤਾ ਹੀ ਤਾਂ ਤੱਕ ਬਰਕਰਾਰ ਰਹੇਗੀ ਜੇ ਸੁਭਾਅ ਮੇਲ ਹੈ। ਦੁਨੀਆ ਦੇ ਵਿੱਚ ਵੀ ਉਹ ਰਿਸ਼ਤੇ ਬਰਕਰਾਰ ਰਹਿੰਦੇ ਨੇ ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਸੁਭਾਅ ਮੇਲ ਖਾਂਦਾ। ਉਹ ਰਿਸ਼ਤੇ ਬਰਕਰਾਰ ਨਹੀਂ ਰਹਿ ਸਕਦੇ ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਕੇਵਲ ਲਾਲਚ, ਕੇਵਲ ਆਪਣਾ ਸਵਾਰਥ ਆ ਜਾਏ, ਤੇ ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਕੇਵਲ ਤਾਂ ਕੇਵਲ ਲੋਭ ਜਾਂ ਫਿਰ ਕੇਵਲ ਤਾਂ ਕੇਵਲ ਉਹ ਸੋਚ ਬਣ ਜਾਏ ਜਿੱਧਰ ਇੱਕ ਦੂਜੇ ਦੇ ਵਿਚਾਰ ਮੇਲ ਨਹੀਂ ਖਾਂਦੇ। ਸੱਚਾ ਗਿਆਨ ਉਹ ਸੱਚ ਦਾ ਸੁਨੇਹਾ, ਕੁਦਰਤ ਦਾ ਨਿਯਮ ਕੁਝ ਹੋਰ ਬੋਲਦਾ ਪਿਆ। ਤੇ ਮੈਂ ਮਨ ਤੇ ਤਨ ਤਰਫੋਂ, ਮੈਂ ਮਨ ਤੇ ਮਤ ਤਰਫੋਂ ਕੋਈ ਹੋਰ ਜ਼ਿੰਦਗੀ ਜੀਂਦਾ ਪਿਆ, ਫਿਰ ਤਨ ਫਿਰ ਇੱਕ ਨਹੀਂ ਹੋ ਸਕਦੇ, ਮਨ ਤੇ ਮਤ ਇੱਕ ਨਹੀਂ ਹੋ ਸਕਦੇ, ਭਾਵੇਂ ਇਕੱਠੇ ਰਹਿੰਦੇ ਹੋ। ਉਹਦੀ ਪ੍ਰੋਬਲਮ ਇੱਥੇ ਖੜੀ ਹੋ ਗਈ ਕਿ ਮੈਂ ਸੱਚੇ ਗਿਆਨ ਨੂੰ ਮਿੱਤਰ ਕਿਹਾ ਤੇ ਜ਼ਰੂਰ, ਪਰ ਅਸਲ ਦੇ ਵਿੱਚ ਮੈਂ ਕੀਤਾ ਕਿ ਗੁਰੂ ਸਾਹਿਬ ਫਿਰ ਸਪਸ਼ਟ ਕਰਦੇ ਪਏ ਨੇ, ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਈ। ਮੈਂ ਸੋਚਿਆ ਕਿ ਉਹ ਸੱਚਾ ਗਿਆਨ ਭਾਵੇਂ ਸਾਥ ਨਾ ਨਿਭਾਏ, ਮੈਂ ਯਾਤਰਾਵਾਂ ਕਰੀ ਜਾਵਾਂ, ਮੈਂ ਕਰਮ ਕਾਂਡ ਕਰੀ ਜਾਵਾਂ, ਮੈਂ ਬਸ ਇਹ ਸੋਚੀ ਬੈਠਾ ਕਿ ਫਲਾਣਾ ਕੰਮ ਗਿਣਤੀ ਮਿੰਤੀ ਤੇ ਕੀਤਿਆਂ, ਫਲਾਨੀਆਂ ਯਾਤਰਾਵਾਂ ਕੀਤਿਆਂ, ਫਲਾਨੀ ਜਗ੍ਹਾ ਤੇ ਜਾਇਆ, ਇਸ ਜਗ੍ਹਾ ਤੇ ਜਾਇਆ, ਮੈਨੂੰ ਮੇਰੇ ਪ੍ਰੋਬਲਮ ਦਾ ਹੱਲ ਮਿਲੇਗਾ। ਮਿੱਤਰ ਕਨੇਰੇ ਕਰ ਥਕੀ। ਉਸ ਮਿੱਤਰ ਨੇ ਮੇਰਾ ਦਿਮਾਗ ਖੋਲਣਾ ਸੀ, ਜਿਸਨੂੰ ਕਹਿੰਦੇ ਪਏ ਨੇ ਦਸਮ ਦੁਆਰ। ਦਸਮ ਦੁਆਰ ਦਾ ਕੰਸੈਪਟ ਕੀ ਹੈ? ਹੁਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ ਕਿਉਂ ਹੈ? ਕਿਉਂਕਿ ਅਸੀਂ ਦਿਮਾਗ ਦੀ ਵਰਤੋਂ ਨਹੀਂ ਕੀਤੀ। ਜਿਸ ਚੀਜ਼ ਦੀ ਵਰਤੋਂ ਨਾ ਕੀਤੀ ਜਾਏ ਉਹ ਚੀਜ਼ ਗੁਪਤ ਹੋ ਜਾਂਦੀ ਹੈ। ਪਰ ਉਸ ਸੱਚੇ ਗਿਆਨ ਦੇ ਜ਼ਰੀਏ ਜਦੋਂ ਸਾਨੂੰ ਦਿਮਾਗ ਨੂੰ ਵਰਤਣਾ ਆ ਗਿਆ, ਸਾਡਾ ਦਸਮ ਦੁਆਰ ਨੇ ਖੁੱਲ ਜਾਣਾ। ਪਰ ਜਦੋਂ ਅਸੀਂ ਉਸ ਦਿਮਾਗ ਦੀ ਵਰਤੋਂ ਕਰਨਾ ਨਹੀਂ ਸਿੱਖੇ, ਅਸੀਂ ਉਸ ਸੱਚੇ ਗਿਆਨ ਦੇ ਆਸਰੇ ਆਪਣੀ ਜ਼ਿੰਦਗੀ ਨਹੀਂ ਬਣਾਉਂਦੇ ਪਏ, ਅਸੀਂ ਦੁਨੀਆ ਦਾ ਹਰ ਕੰਮ ਕਰਦੇ ਪਏ ਹਾਂ ਜੋ ਸੱਚੇ ਗਿਆਨ ਤੋਂ ਉਲਟ ਹੈ, ਜਿਸਨੂੰ ਕਹਿੰਦੇ ਪਏ ਨੇ ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਈ। ਉਹ ਕੱਟਣਾ ਨਹੀਂ ਸੀ, ਕੱਟਣਾ ਕਿਵੇਂ ਸੀ? ਮਿਲ ਪ੍ਰੀਤਮ ਦੁੱਖ ਕਟਿਆ। ਉਸ ਪ੍ਰੀਤਮ ਦੇ ਨਾਲ ਮਿਲ ਕੇ ਆਪਣਾ ਦਸਮ ਦੁਆਰ ਖੋਲ ਕੇ ਦਿਮਾਗ ਦੀ ਵਰਤੋਂ ਕਰਕੇ ਹੀ ਮੇਰਾ ਦੁੱਖ ਕੱਟਣਾ ਸੀ। ਪਰ ਅਸੀਂ ਜਦੋਂ ਉਹ ਨਹੀਂ ਸਮਝ ਸਕੇ ਤੇ ਹੋਇਆ ਕਿ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਗਵਾ ਬੈਠਾ। ਕਿਉਂ ਗਵਾ ਬੈਠਾ? ਅਕਸਰ ਨਾ ਮੈਂ ਇੱਕ ਐਗਜ਼ਾਮਪਲ ਬਹੁਤ ਵਾਰੀ ਦਿੰਦਾ। ਇੱਕ ਬੰਦਾ ਕਿਧਰ ਜਾ ਰਿਹਾ ਸੀ, ਜਾਂਦੇ ਜਾਂਦੇ ਮੰਨ ਲਓ ਰੋਡ ਰੇਜ ਹੋਈ। ਹੁਣ ਉਸ ਰੋਡ ਰੇਜ ਵਿੱਚ ਆਇਆ, ਗੁੱਸੇ ਦੇ ਵਿੱਚ ਆਇਆ, ਗੁੱਸੇ ਵਿੱਚ ਆ ਕੇ ਆਪਣੀ ਗੱਡੀ ਚੋੜ ਚਲ ਕੇ ਉਸਨੇ 2 ਗਾਲਾਂ ਉਹਨੇ ਦਿੱਤੀਆਂ, 2 ਗਾਲਾਂ ਉਹਨੇ ਦਿੱਤੀਆਂ। ਵੈਸੇ ਨਾ ਅਕਸਰ ਤੁਸੀਂ ਰੋਡ ਰੇਜ ਜਦੋਂ ਵੀ ਹੁੰਦੀ ਹੈ ਨਾ, ਤੁਸੀਂ ਇਹ ਨੋਟ ਕਰਿਓ, ਬੜੇ ਹੀ ਇੰਟਰਸਟਿੰਗ ਪੋਇਟਿਕ ਵੇ ਨਾਲ ਝਗੜਾ ਹੁੰਦਾ। ਪਹਿਲਾ ਬੰਦਾ ਗੱਡੀ ਤੋਂ ਉਤਰੇਗਾ, ਉਹ 2 ਗਾਲਾਂ ਕੱਢੇਗਾ, ਅਗਲਾ ਬੰਦਾ ਉਸ 2 ਗਾਲਾਂ ਨੂੰ ਕੰਟੀਨਿਊਏਸ਼ਨ ਵਿੱਚ 2 ਗਾਲਾਂ ਕੱਢੇਗਾ। ਇੱਕ ਬਿਲਕੁਲ ਰਿਦਮ ਸੈੱਟ ਹੋ ਰਹੀ ਹੁੰਦੀ ਹੈ ਕਿ ਤੂੰ ਕਿਹੜੀ ਕਿਹੜੀ ਗਾਲਾਂ ਕੱਢਦਾ ਪਿਆ, ਮੈਂ ਉਸ ਤੋਂ 2 ਲੈਵਲ ਅੱਗੇ ਜਾ। ਹੁਣ ਉਹ ਜਿਹੜੀਆਂ ਗਾਲਾਂ ਕੱਢੇਗਾ, ਪਹਿਲਾ ਵਾਲਾ ਕਹੇਗਾ ਤੂੰ ਜ਼ਿਆਦਾ ਸ਼ੇਰ ਪੈਦਾ ਹੋਇਆ, ਮੈਂ ਉਸ ਤੋਂ ਵੀ ਅੱਗੇ ਬੋਲ ਸਕਦਾ, ਬਟ ਪੋਇਟਿਕ ਐਕਸਪ੍ਰੈਸ਼ਨ ਵਿੱਚ ਝਗੜੇ ਹੋ ਰਹੇ ਹੁੰਦੇ ਨੇ। ਹੁਣ ਜਦੋਂ ਉਸ ਪੋਇਟਿਕ ਐਕਸਪ੍ਰੈਸ਼ਨ ਵਿੱਚ ਝਗੜੇ ਵੱਧਦੇ ਗਏ, ਬੰਦੇ ਨੇ ਆਪਣਾ ਕਾਬੂ ਛੋੜਤਾ, ਉਸਨੂੰ ਇੱਕ ਬੰਦੇ ਨੇ ਦੂਜੇ ਬੰਦੇ ਨੂੰ ਕੁਝ ਨੁਕਸਾਨ ਪਹੁੰਚਾ ਦਿੱਤਾ। ਜਦੋਂ ਉੱਥੇ ਪੁਲਿਸ ਆਈ, ਉਹਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹ ਜੱਜ ਨੂੰ ਕਹਿੰਦਾ ਕਿ ਉਸ ਬੰਦੇ ਨੂੰ ਮੈਂ ਨਹੀਂ ਮਾਰਿਆ, ਮੈਂ ਆਪਣਾ ਆਪਾ ਖੋ ਬੈਠਿਆ, ਉਸ ਗੁੱਸੇ ਨੇ ਮਾਰਿਆ। ਸਜ਼ਾ ਕਿਸ ਨੂੰ ਮਿਲਣੀ ਹੈ, ਬੰਦੇ ਨੂੰ ਕਿ ਗੁੱਸੇ ਨੂੰ? ਉਸ ਜੱਜ ਨੇ ਕਹਿਣਾ ਕਿ ਭਲਿਆ ਪੁਰਖਾ, ਇਹ ਚੀਜ਼ ਤਾਂ ਮੈਂ ਮੰਨਦਾ ਕਿ ਗੁੱਸੇ ਦੇ ਕਾਰਨ ਤੂੰ ਇਹ ਕੰਮ ਕੀਤਾ, ਪਰ ਸਜ਼ਾ ਤੈਨੂੰ ਮਿਲਣੀ ਹੈ। ਮਤਲਬ ਕੀ ਹੋਇਆ? ਗੁੱਸੇ ਨੇ ਸਾਥ ਨਹੀਂ ਨਿਭਾਇਆ, ਪਰ ਦੋਸਤ ਦੇ ਸਾਥ ਨਿਭਾਉਂਦੇ ਨੇ। ਮਤਲਬ ਇੱਕ ਚੀਜ਼ ਬਿਲਕੁਲ ਸਪਸ਼ਟ ਹੋ ਗਈ, ਗੁੱਸਾ ਮੇਰਾ ਮਿੱਤਰ। ਪਰ ਹੁਣ ਦੂਜਾ ਪਾਸਾ ਦੇਖੋ, ਹੁਣ ਉਸੇ ਪਾਸੇ ਉਹ ਸੇਮ ਚੀਜ਼, ਉਹ ਸੇਮ ਘਟਨਾ ਵਾਪਰੀ। ਹੁਣ ਅਗਰ ਕਾਰ ਤੇ ਡੈਂਟ ਪੈ ਚੁੱਕਿਆ ਹੈ, ਹੁਣ ਗਾਲਾਂ ਕੱਢਣ ਨਾਲ ਡੈਂਟ ਠੀਕ ਨਹੀਂ ਹੋਣਾ, ਉਸ ਸੋਲੂਸ਼ਨ ਦਾ ਹੱਲ ਕੱਢਣਾ ਪਏਗਾ। ਉਸ ਵਕਤ ਬੰਦੇ ਨੇ ਥੋੜੀ ਪੇਸ਼ੈਂਸ ਰੱਖੀ। ਉਹ ਪੇਸ਼ੈਂਸ ਰੱਖ ਕੇ ਉਸ ਬੰਦੇ ਤੇ ਹੱਥ ਨਹੀਂ ਚੁੱਕਿਆ, ਬਲਕਿ ਉਸ ਕਾਰ ਦਾ ਡੈਂਟ ਦੂਰ ਕਰਨ ਲਈ ਇੰਸ਼ੋਰੈਂਸ ਦਾ ਇੱਕ ਬੰਦੋਬਸਤ ਕਰਨ ਦੀ ਕੋਸ਼ਿਸ਼ ਕੀਤੀ। ਔਰ 2-4 ਹਫ਼ਤੇ ਬਾਅਦ ਡੈਂਟ ਵੀ ਠੀਕ ਹੋ ਜਾਣੇ ਤੇ ਪੁਲਿਸ ਦਾ ਟੰਟਾ ਵੀ ਨਹੀਂ ਪੈਣਾ। ਹੁਣ ਦੱਸੋ ਪੇਸ਼ੈਂਸ ਨੇ ਉਹਦਾ ਸਾਥ ਨਿਭਾਇਆ ਕਿ ਨਹੀਂ ਨਿਭਾਇਆ? ਮਤਲਬ ਪੇਸ਼ੈਂਸ ਬਣੀ ਦੋਸਤ ਤੇ ਗੁੱਸਾ ਬਣਿਆ ਵਿਰੋਧੀ। ਗੁਰੂ ਸਾਹਿਬ ਇਸ ਚੀਜ਼ ਨੂੰ ਸਮਝਾਉਂਦੇ ਨੇ। ਗੁਰੂ ਸਾਹਿਬ ਕਹਿੰਦੇ ਪਏ ਨੇ ਤੇਰੇ ਅਸਲ ਮਿੱਤਰ ਕੌਣ ਨੇ? ਸੱਜਣ ਸਈ ਨਾਲ ਮੈਂ, ਚਲਦਿਆਂ ਨਾਲ ਚੱਲਣ। ਜਿੱਥੇ
ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਤੇਰੇ ਅਸਲ ਮਿੱਤਰ ਉਹ ਨੇ ਜਿਹਨੂੰ ਤੈਨੂੰ ਲੋੜ ਪਏ ਉਹ ਮਿੱਤਰ ਉਸ ਵਕਤ ਤੇਰਾ ਸਾਥ ਨਿਭਾ। ਜਦੋਂ ਮੈਨੂੰ ਲੋੜ ਪਏ ਉਹ ਦੋਸਤ ਮੇਰਾ ਸਾਥ ਨਾ ਨਿਭਾਏ, ਉਹ ਕਾਹਦਾ ਮਿੱਤਰ? ਜਿਸ ਵਕਤ ਮੈਨੂੰ ਲੋੜ ਪਈ, ਹੁਣ ਉਹ ਅਸਲ ਮਿੱਤਰ ਕੌਣ ਨੇ ਤੇਰੇ ਗੁਣ। ਜੇ ਬੰਦਾ ਰੋਜ਼ ਕੁਝ ਸਿੱਖਦਾ ਜਾਏ, ਜੇ ਬੰਦਾ ਰੋਜ਼ ਆਪਣੇ ਸਕਿੱਲ ਸੈਟ ਡਿਵੈਲਪ ਕਰਦਾ ਜਾਏ, ਜੇ ਬੰਦਾ ਰੋਜ਼ ਬਿਨਾਂ ਮਤਲਬ ਦੇ ਸੋਸ਼ਲ ਮੀਡੀਆ ਦੇ ਪੋਸਟ ਤੇ ਝਗੜੇ ਵਾਲੀ ਬਿਰਤੀ ਖਤਮ ਕਰਦਾ ਜਾਏ, ਜੇ ਬਿਨਾਂ ਮਤਲਬ ਰੋਜ਼ ਫੇਕ ਨਿਊਜ਼ ਸ਼ੇਅਰ ਕਰਦਾ ਜਾਏ, ਜੇ ਬਿਨਾਂ ਮਤਲਬ ਬੰਦਾ ਬਿਨਾਂ ਸਮਝੇ ਕਿ ਭਲਿਆ ਪੁਰਖਾ ਕੀ ਸੱਚ ਹੈ ਕੀ ਸੱਚ ਨਹੀਂ ਹੈ, ਪਤਾ ਨਹੀਂ ਕਿਹੜਾ ਇਤਿਹਾਸ ਬਣਾ ਕੇ ਉਸ ਇਤਿਹਾਸ ਦੇ ਮੈਸੇਜ ਸਪਰੈਡ ਕਰਦਾ ਜਾਏ, ਹੁਣ ਦੱਸੋ ਉਹਦੇ ਵਿੱਚ ਕੋਈ ਸਿਆਣਪ ਹੈ? ਜਾਂ ਫਿਰ ਬਿਲਕੁਲ ਪੇਸ਼ੈਂਸ ਦੇ ਨਾਲ ਸੱਚ ਸਮਝਿਆ ਕਿਹੜੀ ਚੀਜ਼ ਮੇਰੇ ਫਾਇਦੇਮੰਦ ਹੈ, ਹੁਣ ਉਸ ਚੀਜ਼ ਦੇ ਅਨੁਸਾਰ ਆਪਣੇ ਆਪ ਨੂੰ ਸੁਧਾਰਿਆ, ਉਹਦੇ ਦੋਸਤ ਬਣਦੇ ਪਏ ਨੇ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ। ਪਰ ਸਾਡੀ ਹਾਲਤ ਪਤਾ ਕਿੱਥੇ? ਅਸੀਂ ਨਾ ਬਾਹਰੋਂ ਬੜਾ ਚਮਕਣਾ ਚਾਹੁੰਦੇ ਹਾਂ। ਉਸੇ ਸ਼ਬਦ ਵਿੱਚ ਨਾ ਕੁਝ ਐਗਜ਼ਾਮਪਲਸ ਆਉਂਦੇ ਨੇ। ਪਹਿਲੀ ਐਗਜ਼ਾਮਪਲ ਆਉਂਦੀ ਹੈ ਕੇ ਦੇ ਭਾਂਡੇ ਦੀ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਉੱਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੇ, ਜੇ 100 ਧੋਵਾਂ ਤੇ ਕਹਿ ਦਾ ਭਾਂਡਾ ਬਾਹਰੋਂ ਬੜਾ ਚਮਕਦਾ, ਪਰ ਜਦੋਂ ਅੰਦਰੋਂ ਹੱਥ ਪਾ ਕੇ ਦੇਖਿਆ ਕਾਲਕ ਹੀ ਕਾਲਕ। ਅਸੀਂ ਵੀ ਬਾਹਰੋਂ ਬੜੇ ਚਮਕਦੇ ਆਇਆ ਜੀ ਸਰਦਾਰ ਜੀ, ਇਹਨਾਂ ਵਰਗਾ ਤੇ ਕੋਈ ਹੋ ਹੀ ਨਹੀਂ ਸਕਦਾ। ਇਹ ਤੇ ਦੇਖੋ ਇਤਨੇ ਮਿੱਠ ਬੋਲੜੇ ਨੇ, ਇਹ ਤੇ ਕਦੀ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦੇ। ਪਰ ਜਦੋਂ ਧਰਮ ਸਥਾਨ ਤੋਂ ਬਾਹਰ ਨਿਕਲੇ, ਉੱਜਲ ਕੇ ਹਾਂ ਚਿਲਕਣਾ कोटिम कालड़ी मस, यार तेरे से तो ये उम्मीद ना थी। अगली एग्जांपल, कोठे मंडप माड़ियां पासों चितवियां। एक बंदे ने बड़े रीजा नाल घर तैयार किया, ਉਹਦੇ ਅੰਦਰ बड़े चंगे चंगे काम कराए, पर जे उस घर दे विच कोई बंदा रह ना होए, सालों तक उस घर दे विच कोई ना आए, कोई दाखिल ना होए, होना की है? कोठे मंडप माड़ियां पासों चितवियां ਟੱਠੀਆਂ ਕੰਮ ਨਾ ਆਮਣੀ ਵਿੱਚੋਂ ਸਕਦੀਆਂ। ਉਸਨੇ ਟਹਿਣਾ ਹੀ ਟਹਿਣੀ, ਕਿਉਂਕਿ ਵਿੱਚ ਕੋਈ ਰਹਿੰਦਾ ਹੀ ਨਹੀਂ ਸੀ। ਉਹ ਜੋ ਸਾਡਾ ਇੰਨਾ ਸੋਹਣਾ ਸਰੀਰ ਬਣਿਆ, ਸਾਡੇ ਕੋਲ ਇਤਨੀ ਕੈਪੈਸਿਟੀ ਸੀ, ਪਰ ਜੇ ਸਾਡੇ ਅੰਦਰ ਕੋਈ ਗੁਣ ਹੀ ਨਾ ਹੋਏ, ਸਾਡੇ ਅੰਦਰ ਕੋਈ ਸਿੱਖਣ ਦੀ ਕੋਈ ਸ਼ਮਤਾ ਨਾ ਹੋਏ, ਫਿਰ ਇਸਨੇ ਟਹਿਣਾ ਹੀ ਟਹਿਣਾ। ਅੱਗੇ ਹੋਰ ਐਗਜ਼ਾਮਪਲ ਦਿੰਦੇ ਨੇ, ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਤੀਨ। ਹੁਣ ਬਗਲਾ ਕੀ ਹੈ? 12ਵੀਂ ਤੌਰ ਤੇ ਦਿਖਦਾ ਤੇ ਹੰਸ ਵਾਂਗ, समाधि लाके बैठा है, अखा बंद करके बैठा है, पर क्यों? कि वो लीन होया है। ना 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 ना, समाधि क्यों लाई है? क्योंकि पता है कि डडियां मच्छियां नूं पकड़ सकदा। बग्गा बग्गे कपड़े बिल्कुल चिट्टे कपड़े, असीं नहीं पांदे बिल्कुल चिट्टे कपड़े, ओ तैयार बर तैयार होके। पर साडी समाधि क्यों लगदी है? दुनिया नूं पता लगे कितने धर्मी। एक मौका मिलदा है, असीं ठगी मारन तों बाज नहीं आंदे, पर कि उस सोच ने साडा साथ निभाना है। बग्गा बग्गे कपड़े तीरथ मंज वसन घुट घुट जियां खाने। असीं नहीं घुट घुट कर जियां नूं खांदे पे, असीं नहीं जो साडे अंदर ने, जो साडे हेठां काम करदे पे ने, कि असीं उन्हां नूं बंदा समझे। कि असीं इन्हां दिनां दे विच जिन्हां लोगां नूं मदद दी लोड़ सी कि एक बंदे दी भी मदद कीती है, फिर साडी हालत बग्गा बग्गे कपड़े वांग ते नहीं होई होई। भावें तीर्थ यात्रा करी जाओ, पर जे असी किसी जोगे नहीं हो सके ते बग्गा बग्गे कपड़े तीरथ मंज वसन घुट घुट जियां खामने बग्गे ना की। अगे होर एग्जांपल देंदे ने, सिमल रुख शरीर में, सिमल दा रुख दिखदा बड़ा उच्चा, हुण उधर पंछी तोते बड़ी आस लैके आंदे ने, इत्थे सानू रिहाइश भी मिलेगी, सानू मिठे फल भी मिलणगे। सिमल रुख शरीर में, जिवें आसा की बार विच पढ़दे हो ना, सिमल रुख सरायरा अत दीरघ अत मुच। ओए जे आवें आस कर बड़ी आस लैके आंदे ने, पर हुंदा की है? जदों उन्हां दे फुल नूं खाया जाए, निराशे किते निराश होके जांदे ने। क्यों? क्योंकि फल फिक्के फुल बक बक के कम ना आवे, पर ना फल सी ना फुल सी। साडी जिंदगी वल जदों कोई आस लैके साडे कोल आए, पर जदों साडी जिंदगी वल निगाह मार के वेखी कि नहीं, जदों इहदे पल्ले ते कख भी नहीं सी, बाहरली तौर ते पखंड दे अनुसार पूरी जिंदगी जींदा आया, फल फिक्के फुल बक बक के। गुरु साहब कहते पे ने, सिमल रुख शरीर में, जिवें बाहरली तौर ते सिमल रुख तिवें मेरी जिंदगी। सिमल रुख शरीर में मैं जन देख पुलन, से फल कम ना आवनी ते कुन मैं तन। अगे होर एग्जांपल देंदे ने, अंदुले भार उठाया। अन्ना बंदा होए, उन्हें पहाड़ी रस्ता चुकना होए, कि वो पार कर सकदा ना? गुरु साहब कहते पे ने, अंदुले भार उठाया डूंगर वाट बहुत
ਅੱਖੀ ਲੋੜੀ ਨਾਲ ਹਾਂ ਹੌਂ ਚੜ ਲੰਗਾ ਕਿ ਹੁਣ ਮੇਰੇ ਕੋਲ ਗਿਆਨ ਸੀ ਨਹੀਂ, ਇਸ ਕਰਕੇ ਮੈਂ ਅੰਨਾ ਸੀ। ਹੁਣ ਇਸ ਜ਼ਿੰਦਗੀ ਦੇ ਰਾਹ ਦੇ ਵਿੱਚ ਮੈਂ ਕਿਵੇਂ ਚੱਲ ਸਕਦਾ ਸੀ? ਮੈਂ ਉਸ ਪਹਾੜੀ ਤੋਂ ਡਿੱਗਣਾ ਹੀ ਡਿੱਗਣਾ ਸੀ। ਪਰ ਹੁੰਦਾ ਕਿਉਂ ਰਿਹਾ? ਮਿੱਤਰ ਕਨੇਰੇ ਕਰ ਥਕੀ। ਇਹ ਜੋ ਸਾਰੀਆਂ ਐਗਜ਼ਾਮਪਲ ਸੀ ਨਾ, ਬਾਹਰੋਂ ਚਮਕਦਾਰ ਦਿਖਣ ਦੀ, ਬਾਹਰਲੀ ਤੌਰ ਤੇ ਧਾਰਮਿਕ ਪਹਿਰਾਵਾ ਪਹਿਨਣ ਦੀ, ਬਾਹਰਲੀ ਤੌਰ ਤੇ ਪਖੰਡ ਕਰਨ ਦੀ, ਬਾਹਰਲੀ ਤੌਰ ਤੇ ਕਿਸੇ ਖਾਸ ਜਗ੍ਹਾ ਤੇ ਜਾਣ ਦੀ, ਇਹ ਸਾਰੀਆਂ ਕੰਮ ਕੀ ਸੀ? ਗੁਰੂ ਸਾਹਿਬ ਉਸ ਸ਼ਬਦ ਦੇ ਅਖੀਰ ਵਿੱਚ ਕਹਿੰਦੇ ਪਏ ਨੇ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਇਹ ਜੋ ਤੂੰ ਅਵਰ ਸਿਆਣਪ ਜੋ ਮਿੱਤਰ ਕਨੇਰੇ ਕਰ ਚੁੱਕਿਆ ਨਾ, ਇਸ ਕਰਕੇ ਜੋ ਤੇਰਾ ਅਸਲ ਮਿੱਤਰ ਸੀ ਤੂੰ ਛੱਡ ਗਵਾਇਆ, ਉਹਨੂੰ ਤੂੰ ਗਵਾ ਬੈਠਾ। ਕਾਰਨ तेरी अपनी चलाकियां, तेरी अपनी चतुराई, यही तो हैरान कर देने वाली खेल होती पई है। तू अपना दोस्त गवांदा पे, तू रियलाइज नहीं करता पे। चाकरियां चंगियाइयां अवर सियानप कित। पर अगे हुण फैसला सुनांदे ने, नानक नाम संभाल तू बद्दा छोटे चित। हुण जे तू हुक्म नूं समझ लिया, हुक्म नूं सांभ लिया, तू बच सकदा सी। पर क्योंकि तू हुक्म नूं नहीं समझिया, तू उस सज्जन सही नाल मैनूं ना समझिया, तू अपने असल मित्र नूं गवा बैठा। मित्र प्यारा नानक जी मैं छड़ गवाया, गवा बैठा। पर क्यों गवाया? एक एग्जाम्पल होर, गुरु साहब ना एक सीन क्रिएट कर देना। मान लो गुरु साहब एक पासे गुरु नानक साहब जाते पे सी, देखा एक पब्बर सी बिल्कुल पानी नाल भरिया होया। हुण कुदरती पानी नाल भरिया होया, इस करके उसके अंदर मच्छियां भी सी, कमल दे फुल भी खिले सी, आस-पास बच्चे भी खेलते पे ने। क्यों? नजारा बड़ा प्यारा है। कुछ समय बाद उधरों वापस निकलने का मौका बनया तो देखा बड़ी अजीब गल वापरी। उत्थे पानी भी बिल्कुल सुक्या होया, क्योंकि पानी सुक गया इस करके मच्छियां भी मरिया हुई, कमल दे फुल भी सुके हुए, वो जगह तो बड़ी स्मैल आ रही हुई, उत्थे कोई बंदा खड़ा होना नहीं चाहता। बड़ी अजीब गल वापरी। सवाल किया, सानू समझाने का तरीका है, पब्बर तू हरियावला, हे पब्बर तू तो बिल्कुल हरिया भरिया सी, तेरे अंदर ते पानी ही पानी सी। कवला कंचन वन, तेरे अंदर सोने वांग कमल दे फुल खिले हुए सी। कै दोखड़े सड़े हुए, ए की पाना वापर गया, की दुख वापर गया, तू बिल्कुल सड़ गया। नतीजा की निकलिया? काली होइया देहोड़ी, तेरे जी देहोड़ी तू बिल्कुल ही बिल्कुल काला हो गया, सुक गया। काली होइया देहोड़ी नानक मैं तन भंग। हुण ओ पब्बर ना ईमानदार सी, साडे वांग नहीं सी। वो जवाब देंदा है, जाना पानी नाल। हाँ पता है मेरे अंदर हरियावल कट तक सी, जब तक मैं अपने मूल नाल जुड़िया होया सी, जब तक मेरे अंदर पानी आंदा पिया सी, और लगातार पानी चलदा पिया सी, मेरे अंदर हरियावल सी। जदों मैं अपने सोर्स तो पानी लेना छड़ दिता, उस तो विछड़ गया। जाना पानी नाल हाँ जैसे ती मेरा संग, जित डिठे तन पर फड़े चढ़े चवगन मन। जब तक मैं अपने सोर्स नाल जुड़िया होया सी, तब तक हरियावल सी। जदों मैं अपने मूल तो सोर्स तो टुट गया, बस उस वक्त मेरी हरियावल खत्म। जदों तक असी अपने मूल नाल जुड़े हाँ, जब तक असी इंट्रोस्पेक्टरी जोन ते खड़े हाँ, जब तक असी अपने असल मित्र तक खड़े हाँ, जब तक असी कुदरत के नियम नूं समझी बैठे हाँ, तब तक साडे अंदर हरियावल रहेगी। पर जदों असी मूल तो टुट गए, गुरु साहब स्पष्ट करते पे ने, एक मूल लगे ओ नहीं सुख पाया। मूल नाल जुड़िया रहा सुखी रहेगा, पर जे डाली नाल जुड़ गया, डाली लागे तेनी जन्म गवाया। जे तू डाली नाल जुड़िया गया ते तैं सुकना ही सुकना है। जो अरमता दे विच अज गुरु साहब कहंदे पे ने, ओ गुण भलिया पुरखा तेरे अंदर सी, ओ सतगुर मित्र मेरा बाल सखाई सी। पर होया कि मित्र प्यारा नानक जी मैं छड़ गवाया। क्यों गवा बैठा? क्योंकि रंग कसुंबे भुल्ली, मैनू मुहब्बत पैगी कसुम दे रंग की, जिसने जो एक टेम्पररी रंग सी, जिसने मेरा साथ नहीं सी निभाया। जैसा रंग कसुंब का, तैसा ये संसार। जो मैं अपनी सोच के अनुसार संसार क्रिएट करता है ना, हर चीज खुद गर्जी लई, वो कुसुंबे वांग है। पर गुरु साहब अगे होर स्पष्ट करते पे ने, मेरे रमैये रंग मजीठ का कहो रविदास चमार। पर जेड़ा मजीठ दा रंग, जेड़ा पक्का रंग है ना, उस नियम नूं समझिया ही आ सकदा है। पर जे तू हर वक्त कच्चे रंग नाल जुड़िया रहा, तू बस केवल तक केवल मोमेंटरी प्लेजर्स वाले काम करता रहा कि एक काम कीतिया मैनू 10 मिनट का सुख मिलना है, 15 मिनट का सुख मिलना है। जब तक उस जगह पे खड़ा रहा, उसका नतीजा की निकलना है? तो अपने मित्र नूं गवा बैठते हैं। जिधरों टॉपिक की आरंभता होती पई है, मित्र प्यारा नानक जी मैं छड़ गवाया। क्यों? क्योंकि रंग कसुंबे भुल्ली। नतीजा की निकलिया? तो सज्जन की, केड़ा सज्जन? जेड़ा असीं मित्र समझिया। तो सज्जन की
मैं कीम ना पाउंदी, मैं उसकी कदर ही नहीं पा सकिया कि ਉਹਦੇ ਮੇਰੀ ਜ਼ਿੰਦਗੀ ਦੇ ਵਿੱਚ कितनी इंपॉर्टेंट सी। पर पता मैनू पता कद लग्या, जदों मैं गलत राह ते रहा, जदों मैं चज दे काम ना कर सकिया, फिर ਉਹਦਾ अंजाम जदों मैनू भुगतना पिया। जिहा बीजे सोल ने कर्मा संदड़ा खेत समझ आया ते पता लग्या जे मैं मित्र तो दूर हुई, पता की लग्या हाँ खुद बिन अड ना लैंदी, हुण तेरे तो बिना मेरी अड्डी कौड़ी की कीमत भी नहीं रहेगी। मेरी कीमत ही तां सी जब तक मेरे अंदर गुण सी, जे मेरे अंदर गुण रह नहीं गए मेरी वैल्यू अड्डी कौड़ी वांग भी नहीं रहेगी। पर यह क्यों वापरिया? इसलिए वापरिया क्योंकि मेरी मत बोरी मैं राम बिसारिया। हुण जदों मैं राम नूं बिसार दिता, उस रमैया के गुण चेत प्राणी नूं समझ ना सकिया, इस करके मैं अपनी ओ घर की नार जो मेरी सोचनी दा ढंग सी वो बिल्कुल गलत हो गया। ते फिर मेरे बनया सी कि सस सस की सी असी पिछली बारी समझिया सी, जे मेरा मन हरजन बनया रहिंदा ते मैं माता मत पिता संतोख दे आसे जिंदगी जीनी सी। मेरी चंगी मत रूपी मां होनी सी ते संतोख रूपी पिता होना सी। पर क्योंकि मैं राम नूं बिसार दिता, ए अविद्या रूपी सस, हुण उस अविद्या ने अज्ञानता ने मैनू दुखी करना ही करना है। जो पिछले शब्द में समझा सी सास की दुखी, अज असी हले तक पहुंच चुके हैं क्योंकि मैं कसुंबे रंग ते खड़िया रहा, इस करके मैं असल मित्र सज्जन नूं गवा बैठा, इस करके मेरी मत बोरी हो चुकी है। हुण मत बोरी हुई है ते दूजे श्लोक विच गुरु साहब कहंदे पए ने महला पंजवा सस विरायन, विरायन दा भाव वैरन। ए जो विद्या अज्ञानता रूपी जो मेरी सस बन गई है ना, क्यों? क्योंकि मैं रंग कुसुंबे दे विच हां। क्यों? क्योंकि मैं मेरी मत बोरी मैं राम बिसारियो विच आ गया। हुण ए जो मेरी सस जो अज्ञानता है ना, ए मेरी वैरन है, इसने मैनू असल मित्र दे नाल रहन नहीं देना। एक जगह ते चंगे गुण ते एक जगह ते अवगुण रह नहीं सकते। हमें नावे नाल विरोध है, दो ही ना बसे इकट्ठा है। जे तू अपने अंदर निम्रता लेके आएगा ताई तू उस कुदरती नियम नू समझ सकेगा, पर जे तू आफरिया फिर तू उस चीज नू समझ नहीं सकेगा। उस विद्या ने वैरन वाला काम किया, सस विरायन नानक जियो ससुरावादी। ससुरा की सी वो लालच, अपने शरीर की पकड़, हर वक्त सिर्फ सेल्फ सेंटर्ड रहना। वो जेड़ा सेल्फ सेंटर्ड रहन दा सुभाव सी, उस सेल्फ सेंटर्ड सुभाव दे करके मेरी बिरती झगड़ालू बन गई। हर वक्त हर काम मैं बस केवल खुदगर्जी लिए करदा पिया, लालच लिए करदा पिया। क्यों? क्योंकि मैं कसुंबे रंग दे विच उलझिया पिया। इस करके हो की गए सस विरायन नानक जियो ससुरावादी। मेरी जेड़ी अविद्या रूपी सस है वो वैरन बन चुकी है, जिस करके मैं दुखी हाँ। तो जो मेरा लालच वाला स्वभाव है, जो मैं केवल अपने तन ते खड़ा हाँ, वो सुभाव करके मेरी पिड़ती दे विच झगड़ा आ चुका है। पर अगे होर की हो रहा है, जेठे पौ लूहे। हुण उस जेठे दे भाव मौत दे डर भाव ए सोचना कि जे मैं उस मित्र नाल दोबारा मित्रता चाहता, मैनू अज तक दी अपनी सोच नू खत्म करना पएगा, अपनी होंद नू मारना पएगा। उस मौत दे डर तो मैं मुड़ मुड़ के दुखी होंदी पईयां, पर अगे उन्हें फैसला सुनांदे ने। मैं कसुंबे रंग विच उलझी हुई सी, इस करके अज्ञानता कारण दुखी सी। वो अज्ञानता ने एक वैरन दा काम कीता सी। उस अज्ञानता दे कारण क्योंकि मैं खुदगर्जी वाले स्वभाव विच जिंदी पई सी एंड मैं अपनी होंद नू मारन लई तैयार नहीं सी, इस करके मैं अपना असल मित्र नू गवा बैठा। इधर तक दा टॉपिक क्लियर होया। पर अगे स्पष्ट करदे पए ने हब्बे, हब्बे दा भाव सारे ही। हब्बे पस पुणेंदे वतन जा मैं सज्जन तू है। जे मेरा मन ए प्रॉब्लम नो एक्सेप्ट करके ए मन चंचुला चतुराई किने ना पाया तू, ए मन ने एक स्टेप्स लेने शुरू कर दिते हरजन बनन लई। जे ओ सज्जन नु फिर दोबारा अपने अंदर महसूस कर लिया, ओ मित्रता ले ली, तां ए जो उत्तरे अज्ञानता, जो लालच की सोच, जो मौत का डर, जो ए सारी सोच सी, ए जिन्ना मर्जी जोर पा लैन, पस दा भाव होंदा है स्वा, जिन्ना मर्जी जोर पा लैन, जिन्ना मर्जी टकरा मारन, जिन्ना मर्जी जोर पान, जिन्ना मर्जी छांडदे फिरन, वो मेरा कुछ नुकसान नहीं कर सकणगे। जे मैं असल सज्जन नू अपने अंदर लब लिया, उस सज्जन दे नाल मित्रता हो जाएगी। क्यों? क्योंकि उस सज्जन ने मेरा साथ निभाना ही निभाना है। सज्जन सही नाल मैं चलिया नाल चल। हुण आओ पौड़ी दी
पहली पंक्ति विच गुरु साहब कहंदे पे ने, जिस तू वुठा चित तिस दर्द निवारण। तू करता, तू हुआ, मुझ में रहा ना हूं। हुण जदों वो तू दे कंसैप्ट नूं, तू दे फलसफे नूं, निर्भव दे कंसैप्ट नूं, करता पुरख दे कंसैप्ट नूं, अकाल पुरख दे कंसैप्ट नूं समझ लिया, तू दे कंसैप्ट नूं समझ लिया, उहदा नतीजा की निकलिया उस फलसफे दा? तू हुआ। जब तक मैं तू नहीं हो रहा सी, उहदा कारण की सी? क्योंकि मेरे अंदर हौं सी। पर जब तू हो गया तो मुझ में रहा ना हूं। उस हौं दे कंसैप्ट दे कारण प्रॉब्लम की सी? प्रॉब्लम इत्थे खड़ी सी कि मैनू कच्चे रंग नाल मुहब्बत हो गई सी, मैनू टेंपरेरी प्लेजर्स नाल मुहब्बत हो गई सी। उसका नतीजा निकलिया सी मेरा सुभाव सच दे आसरे नहीं सी, मेरे सुभाव दे सच दे विच मेल नहीं आ रहा सी, इस करके मैं अपने मित्र नूं गवा बैठा सी। उस करके प्रॉब्लम की खड़ी हुई सी? प्रॉब्लम यह खड़ी हुई सी कि अज्ञानता ने वैरण का काम किया सी। मैं अपने शरीर की पकड़ ते खड़ा हो गया सी एंड मैं अपनी मत छड्डन नूं ही तैयार नहीं सी। इस करके मैं आप दुखी सी, मैं दर्द विच सी। पर जदों यह रियलाइज हो गया कि यह सारा मेरा कुछ नहीं बिगाड़ सकते, हब्बे पस पुणेंदे वतन जा मैं सज्जन तू है। जे उस सज्जन नूं मैं अपने अंदर लब लिया, जब मैं भटकना खत्म कर दी, फिर तू करता तू हुआ। हुण जदों मैं तू हो गया, पर किवें? चित्त दा भाव, इधर चित्त दे तत्ते नूं सिहारिए भाव चित्त विच जदों मैं इस कंसैप्ट नूं समझ लिया कि तू करता हुआ, वो मेरा कंसैप्ट मेरे चित्त विच बैठ गया। चेता ही ता चेत दे कंसैप्ट नूं मैं समझ गया, चित्त चेतस की नहीं बावरिया कंसैप्ट नूं समझ गया। फिर होना की है? तिस दर्द निवारणों। जो मैं अज दर्द झेलदा पिया सी क्योंकि मैं कसुंबे रग नाल मुहब्बत कर ली सी, वो दर्द ने दूर हो जाना। कदी कदी ना जदों मनुख नूं कोई दर्द होए, उस दर्द नूं पेन किलर्स नाल मारिया जाता है। पर चेता रखियो, ओदा इलाज नहीं हो रहा, वो टेंपररी दर्द महसूस नहीं कर पा रहे। जे परमानेंट इलाज चाहते हाँ तो उस दर्द के रूट कॉज नूं समझ के उस रूट कॉज का हल करना पैंदा। साडी लाइयां हुई समाधियां, साडी गिनती मिनती दे कीते हुए कम, साडी ओ कहानियां जिन्हां दा ना कोई है सिर ना कोई है पैर, साडी उन्हां चीज़ां विच उलझे रहना, किधर ना किधर निशानी दर्द सानू है। पर असीं पेन किलर खा के ऐ समझते पे कि दर्द खत्म हो गया, उस दर्द ने मुड़ वापस आना। जे असीं उस दर्द का रूट कॉज समझिया, रूट कॉज ए बनेगा कि मैं ऐ समझ ही ना पाया सर्वै एक अनेक स्वामी। मैं ऐ समझ ही ना पाया कि वो जो एक है जेड़ा सबै घट राम बोले रामा बोले है, उस घट का हिस्सा मैं भी हाँ। जदों ऐ घट घट में हर जो बसे, जब असल सच समझना पाया कि वो घट घट में हर जो बसे, मैं भी उस घट घट का हिस्सा हाँ, तब तक यह दर्द रहना ही रहना। पर जदों उस एक दे कंसैप्ट नूं समझ लिया, फिर बंदे नूं अपनी पावर दे प्रति, बंदे नूं किवें अपने पैरां ते खड़े होना है, इस सोच के प्रति जिवें जागरूकता आ गई, उसनूं कहंदे पे ने दर्द निवारण। हुण दर्द दूर होना ही होना है। क्यों? क्योंकि तू करता तू हुआ हो रहा। अगे एक चीज होर स्पष्ट कर दें, जिस तू दा भाव तू करता तू हुआ हो रहा, वो नियम बंदा समझदा पे, उस नियम के अनुसार जिंदगी जींदा पे। ऐ मन चंचला वालिया बिरती नूं छड़ के हर जन बंदा पे, जिस तू उठा चित तिस कदे ना हारनो। अज तक विकारां कोलों मैं हारदा पिया सी। काम आंदा मैं उहदे ट्यून ते नचदा पिया सी, मैं क्रोध दी ट्यून ते नचदा पिया सी, मैं लालच की ट्यून ते नचदा पिया सी। साडे ब्याहां ते होईयां मिलनियां सबूत ने इस चीज दी। पर जदों उस तू दे कंसैप्ट नूं मैं समझ गया, मैनू पता की लग्या, गुरु साहब ते उस सतगुर मित्र मेरा की समझांदा पिया मैनू, हों गोसाई दा पहलवान जड़ा, मैं गुरमिल उच्च दुमाल जड़ा, मैं ते इन्ना पहलवान हाँ कि ए जेड़े वैरन ने ए मेरा कख नहीं बिगाड़ सकते। हुण ए आणगे, पर मैनू पता है इन्हां दा टाकरा किवें करना है। हुण मोह मेरे जिंदगी दे विच नहीं रहना, प्यार रहना।
हुण मेरी जिंदगी विच काम मेरे ते इंपैक्ट नहीं कर पाएगा, किरदार इंपैक्ट करेगा। लालच मैनू इंपैक्ट नहीं कर पाएगा क्योंकि मैं संतोखी रहांगा। हुण नतीजा की निकलेगा? मेरी हार होनी नहीं है, जिन्हों कहंदे ने हार नहीं सब जीत है। पर होना कदों है? तू करता तू हुआ। जिस तू उठा चित तिस कदे ना हार नूं अगे होया कि जिस मिलिया पूरा गुरु। इस नुकते नूं भी एक बार समझ जाइए। गुरु ग्रंथ साहब की बानी अंदर गुरु दे नाल अनेक जगह ते लफ्ज वरतिया जांदा है पूरा। गुरपूरा, मेरा गुरपूरा, गुरपूरा जिन सिमरिया सही पे निहाल। हदों की गुरु नाल पूरा लफ्ज भी वरतना पिया क्योंकि एक पासे दूजी उदाहरण भी देंदे ने, एक दूजी साइड भी समझाने। काचे गुर ते मुकत ना हुआ, गुरु नाल लफ्ज वरते कच्चा। वो भलिया पुरखा जिस ज्ञान दे आसरे जिस चीज नूं तू सच समझी बैठा है, जो एक कच्ची विचारधारा के अनुसार तू बहाने बना बना के जिंदगी जींदा पिया ना, उसने तेरा साथ नहीं निभाना, तू मुकत नहीं हो सकता। सच्चे ज्ञान के जरिए ही ओ नियम नूं समझिया ही तू मुकत हो सकता है। पर तू किथे उलझा पे? तू कदी पता नहीं कोई चीज नूं सच मन के बैठा पे, कदी प्रचारकां दे कदी जथेदारां दे हुक्मनामियां नूं ही पता नहीं अलाही हुक्म मन के सच बैठा पे। तू अपनी जिंदगी दे विच कुछ स्वै प्रचोल करता नहीं पिया कि गुरु की कहंदा पे, डिपेंड हो गया ना किसी होर ते। इस बंदे ने, इस प्रचारक ने यह चीज बोलती, यह कह दिंदा कि बस ए गुरु का हुक्मनामा है। और नो भले गुरु का हुक्मनामा गुरु को पुछ ली। ਅਸੀਂ इतने उन्हां बंदियां ते डिपेंड हो बैठे हैं, इस करके साडी हालत भी ना उस कच्चे वांग हो चुकी है। गुरु जी ना का अंगला, साडी हालत ओ वाली हो चुकी है। क्यों? क्योंकि असी बंदियां दे पिछे जुड़े हुए हैं, क्योंकि असी कच्ची विचारधारा नाल जुड़े हैं। ते तीजा कारण साडे अंदर एक चीज की कैपेबिलिटी बहुत ज्यादा है, वो है बहाने लभण। जदों भी असी हर चीज से बहाने कर, ये काम तो मैं कर ही नहीं सकता, वो क्यों नहीं कर सकता? कोशिश तो कर। पर क्योंकि असी बहाने लभदे रहंदे हां, उस बहाने ने एक कच्चे ज्ञान वांग साडे जिंदगी दे विच रोल अदा करना है, उन्हें सानू कदी मुकत नहीं होंदे। पर जे सच्चे ज्ञान नूं समझिया, जे अपने अंदरों तुरकी बानी दे संदेशे नूं समझिया, जे उस कुदरती नियम नूं समझिया, ते गुरु साहब कहंदे पे ने जिस मिलिया पूरा गुरु सो सर पर तारनो। ओ मनुख इस संसार समुंदर तू बचदा ही बचदा है। इस संसार समुंदर दा भाव की निकलिया, लोभ लहर अत नीजर बाजै काया डूबे केशवा संसार समुंदे तार गोबिंदे। तार ले बाप बीठला। उसने इस लोभ लहर दिया जो लहरां उठदियां पईयां ने, उसने इस विचों निकलना ही निकलना है क्योंकि ਉਹਦੇ ਕੋਲ सच्चा ज्ञान है। सतगुर मित्र मेरा बाल सिखा अगे कहते पे ने जिसनू लाए सच तिस सच संभालनो। जिस मनुख ना चित चेतस की नहीं बावरिया नू समझ गया, जिस मनुख दा चित ए चीज समझ गया कि मैं कसुंबे रंग करके मैं परेशान सी, हुण मैं मजीठ दे रंग नाल जुड़ जा, ओ जदों सच नाल लीन हो गया ते फिर उदा नतीजा की निकलेगा, उदा मन हरजन बन जाएगा, उस सच दा रूप बन जाएगा, उस सच दे आसरे अपनी जिंदगी जिएगा। जिस आया हथ निधान, हुण ए वाला मन उन्होंने एक खजाना समझ आ गया। रत्ना पारख जो होवे सो रत्ना करे विचार। हुण अगे स्पष्ट कर देने, रतन गुरु का शब्द है। जिन्हों ए असल हीरा असल रतन समझ आ गया, जिन्हों समझ आ गया वो कंसेप्ट वाला खावें खर्चे रल मिल पाई, टोट ना आवे वध दो जाई, फिर उदा नतीजा के निकले सो रहा पालनो, ओ माया दी पटकना वालों हट जाएगा। क्यों? क्योंकि उहदे कोल खजाना आ गया। पर एक चीज होर होनी है, जिसनों इको रंग जिहदे उत्ते वो एक प्यार आ गया, जो मजीठ नाल जुड़ गया, जिहदे अंदर सच्चा प्यार आ गया, जिहदे अंदर हिपोक्रेसी नहीं। हिपोक्रेसी नूं फरीद साहब कहंदे पे ने जिन मन होर मुख होर। ओ जिन मन होर मुख होर वाले कच्चा किरदार नहीं रहा, जिहदे अंदर दिलों मुहब्बत आ गई, उसनूं कहंदे पे ने भगत सो जानो। भगत दे तत्ते नूं औंकड़। गुरु ग्रंथ साहब दी बानी अंदर जिधर भी भगत दे तत्ते नूं सिहारी आएगी, यह चीज असां विचारी सी। उहदा भाव है भगती। भगती की परिभाषा चौकड़े मारना नहीं, समाधि लाना नहीं, गिनती मिनती ते काम करना नहीं। भक्ति की परिभाषा विण गुण कीते भगत ना होए। गुण धारण करना इज इक्वल टू भगती। जिधर भी भगत का तत्ता मुक्ता आएगा, उधर अनेकां भगतां दी गल बहुवचन के रूप विच। जिधर भी भगत के तत्ते नूं औंकड़ लग्या होया, उधर एक भगत की गल है। भाव ओ मन
जिसने जिंदगी दे विच गुण धारण कर दिते, जिहदे इस तो पहली पंक्ति विच समझा, जिहदे हथ विच पाप, जिहदे पल्ले खजाना आ गया, वो अपने इंद्रिय ज्ञान इंद्रियां नूं वो सच वंडन जोगा हो गया, उसनूं कहंदे ने भगत। जिसनूं इक्को रंग वो इक्को प्यार आ गया, असल दे विच भगत सो जाननो हुंदा की है, ओ सबना की रेण बिरही चारणो। हुण बड़ा निमरता दे नाल, विद अ लॉट ऑफ ह्यूमिलिटी, ਉਹਦੇ अंदर एक इहो जिहा प्रेम पैदा हो जाता है कि वो सबना की, बस इस अखीरले नुक्ते नूं भी समझ जाइए, क्योंकि गुरु साहब की बानी बार बार एक चीज स्पष्ट कर दी है ना कि हम संतन की रेण प्यारे, हम संतन की शरणा। हुण ए रेण ए धूड़ दा फलसफा है कि किसी जगह ते धूड़ पई होए, जदों बंदा उधरों निकलता पे, उधरों चलता पे, या मान लो उस जगह तो तेज हवा निकले, वो की होंदा है, धूड़ उड़दी है, मिट्टी उड़दी है। हुण कद उड़ी है, जदों बंदा उस जगह तो चलिया है, नसिया है, ट्रैफिक निकले, हवा चली। जिस सच दे संदेशे ते मैनू चलना आ गया, इन अदर वर्ड्स जो सतगुर मैनू समझ आंदा पे, जो तत्व ज्ञान मैनू समझ आंदा पे, जदों मैं उस राह ते चलदा पिया, वो मेरी जिंदगी का हिस्सा बनता पे, उस विस्डम नूं कहंदे ने धूड़, क्योंकि मैं उसते चलना शुरू करता। होर सौखे ढंग नाल समझिए, तुसी पढ़दे हो माघ मजन संग साधुआ धूड़ी कर इशनान। जे अगर धूड़ी दे कंसैप्ट नूं विजडम दे नाल, उस सच्चे ज्ञान दे आसरे नहीं समझिया, फिर सानू बाहरली तौर ते उस धूड़ी दे इशनान नाल इशनान करना पेगा। कि असीं करदे हैं कदी अज तक धूड़ नाल इशनान कीते? नहीं ना जी। फॉर एग्जाम्पल समझ लो, तुसी पढ़दे हो हम तिनके चरण पखाल दे धूड़ कोल कोल पीजे। जे इसनू विजडम दे पक्षों नहीं समझे कि असी धूड़ नूं पानी दे विच पा के घोल के पींदे आ, नहीं पींदे ना जी, तो फिर गुरु की गल तो मनी नहीं जानी। फॉर एग्जाम्पल ले लिए, सत संगत की धूड़ परी उड नेत्री सब दुरमत मैल गवाई। जदों वो धूड़ मेरी अखां दे विच पै गई, मेरी मैल दूर हो गई। कि असी जदों जिस जगह ते मिट्टी उड़ रही होए, कि असी कहने ऐनक पांदे आ या ऐनक उतार देंगे कि धूड़ आ जा मेरी अखां दे विच पै जा। पर कभी सोचने की कोशिश की थी सानू की दस्या गया ते असी कित्थे उलझे रह गए। पर हुण अर्थ करो, जे असी धूड़ नूं उस वे नाल समझा कि जिस राह ते चलदे पे आ, वो जो सानू सच दा स्नेहा समझ आंदा पे, जो वो डिवाइन विजडम समझ आंदा पे, उसते चलदियां चलदियां जो साडी जिंदगी दा हिस्सा बन गए, जिसनू कहंदे पे ने विजडम, जिसनू कहंदे पे ने सतगुर, जिसनू कहंदे पे ने तत्व ज्ञान, उसनू कहंदे पे ने धूड़। हुण समझो, जदों बंदा बाहरली तौर ते शरीरक तौर ते नहांदा है, नतीजा की निकलता है? मैल उतर जाती है। नतीजा की निकलता है? थकावट लै जाती है। माघ मजन संग साधुआ धूड़ी कर इशनान। जदों इस धूड़ी दे नाल, विजडम दे नाल मैं अपनी सुरती दा इशनान कीता, नतीजा की निकलेगा? जो मैनू मानसिक थकावट है उन्हें निकल जाने, जो मेरे उत्ते गंदगी पई हुई है उन्हें खत्म हो जाने। पढ़दे हो ना, पर ये हाथ पैर तन दे पानी धोते उतरस खे, मूत पलीतिंग कपड़ होए दे साबुन लईए ओ तोए परिये मत पापा के संग ओ तोपे। पानी नाल नहीं, साबुन नाल नहीं, नावे कह रहा। हुण उस नावे नाल जदों धोता होना की है? माघ मजन संग साधुआ धूड़ी कर इशनान। उस धूड़ी नाल इशनान करता, विजडम नाल इशनान करता, मेरी मानसिक थकावट खत्म। दूजी केड़ी एग्जांपल सी? हम तिनके चरण पखाल दे धूड़ कोल कोल पीजे। बंदा जदों पानी पींदा है, वो पानी मनुख के शरीर का हिस्सा बन जाता है। एक चीज होर नोट करो, जदों कोई बंदे कई बार भूख हड़ताल रखते हैं ना, वो भी पानी नहीं छड्डते। पानी मनुख लिए बड़ा जरूरी है। बंदा कुछ दिन खाने तो बिना रह सकता है, पानी तो बिना होता है। पर जदों बंदा पानी पींदा है, वो पानी उसकी जिंदगी का हिस्सा बन जाता है। हुण ए धूड़ विजडम नूं जदों असीं अपनी जिंदगी का हिस्सा बना दिया, हम तिनके चरण पखाल दे धूड़ कोल कोल पीजे। जदों असीं उसनूं अपना हिस्सा बना दिया, जिवें पानी मनुख की जिंदगी का हिस्सा बन जाता है, उस विजडम ने साडी जिंदगी का हिस्सा बन जाना है। हुण
पानी की करता है, मनुख की प्यास बुझाता है। ते इस धूड़ ने की करना है, साडी केड़ी प्यास बुझानी है? कानड़ा राग विच गुरु साहब दे इतने प्यारे बोल, तिख बूझ गई, वो तय वो प्यास बुझ गई, तिख बूझ गई, गई मिल साध जना, वो तिख ने बूझ गई। पंच भागे चोर सहजे सुखैनो, हरे गुण गावती 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 दर्श प्यार। क्या प्यारे बोलने की, उस तिख ने बुझ जाने, क्यों? क्योंकि हम तिनके चरण पखाल दे धूड़ कोल कोल पीजे, उस विजडम उन्होंने पी लिया। तीजी कड़ी एग्जाम्पल सी, सत संगत की धूड़ परी उड नेत्री, सब दुर्मत मैल गवाई, जदों उस विजडम नूं, ए नेत्र केड़े ने? सुरत रूपी अखां, जदों सुरत रूपी अखां ते ए विजडम दा असर पै गया, दुर्मत ने दूर हो ही जाना है, जिसनूं गुरु अर्जन साहब ही धनासरी राग विच समझांदे ने, नेत्र पुनीत भये दर्श पेखे। ए जो सुरत रूपी अखां ने पवित्र हो गए, क्यों? क्योंकि धूड़ मिल गई, इन्हां नूं विजडम मिल गया। नेत्र पुनीत भये दर्श पेखे, माथे परों रवाल, रस रस गुण गावो ठाकुर के, मोरे हृदय बसो गोपाल। हुण ए जो मेरे नेत्र सी, हुण ए भी सुरत रूपी अखां पवित्र हो गया, क्यों हो गया? क्योंकि धूड़ मिल गई। इधर कोई कहंदे पए ने, ओ सबना की रेन, हर जगह तो बड़ी निमरता दे नाल वो सच दा संदेशा समझना चाहता है, क्योंकि मन दे विच एक प्यार आ चुके है, बिरही चारणों। पर ए चीज, ए खेल, ए तमाशा समझ किवें आंदा पिया? सब तेरे चोज विधान, ए सारा कुदरत दे नियम दे अनुसार चलदा पिया सी। जिवें वो एक कुदरत दा नियम पूरी दुनिया नूं चलांदा है, बस उसी ढंग नाल मैं, मेरा मन मेरे जीवन नूं चलांदा पिया। जे मेरा मन हरजन बनया पिया, ए तमाशे नूं देख के समझेगा कि किवें मैं करता पुरख दे कंसेप्ट नूं, मैं निर्भो दे कंसेप्ट नूं समझ लिया ते तू करता तू हुआ हो जाएगा। पर जे मैं मन चंचुलाया चतुराज्ञा तक रह गया, फिर जो मेरा असल मित्र सी, उस मित्र नूं मैं गवा बैठांगा। सब तेरे चोज विधान, सब तेरा कारणों, मेरा मन सब कुछ करन दे समर्थ है, पर उहदे लई लोड़ है उसनूं कुछ चीजां छड्डण दी। ओह की चीज छड्डण दी? उस्तत ते निंदा दा खेल। जो गुरु साहब अगली पौड़ी दे पहले श्लोक विच सेम शब्दावली वरदे पए ने, हब्बे वाली, उस्तत निंदा नानक जी मैं छड़ गवाया। ऐ सारी उस्तत निंदा दी खेल हुण मैं छड़ दित्ती है। उस्तत निंदा नानक जी मैं छड़ गवाया, या फिर जदों मित्र प्यारा नानक जी मैं छड़ गवाया कहंदे पए ने, ते उस्तत निंदा नाल कहंदे पए ने, उस्तत निंदा नानक जी मैं हब वजाई छोड़िया, हब किच त्यागी। जदों मित्र प्यारा नानक, उस जगह ते मैं छड़ गवाया सी, मैं गवा बैठा सी क्योंकि कसुंबे रंग विच सी, पर कहंदे पए ने उस्तत निंदा नानक जी मैं हब वजाई छोड़िया। हुण मैं वो सारियां चीजां छड़ चुकिया, क्यों? क्योंकि मेरा मन हरजन बन चुके, हब किच त्यागी। हुण मैं समझ चुकिया, हब्बे साक कुड़ावे दिठे तो पल्ले टंडे लगी। जदों है उस्तत निंदा दे खेल मैनू झूठे नजर आए, तां मैं तेरे पल्ले लग सकियां। साडा दुखांत असी इन्हां श्लोकां नूं केवल तां केवल विआहां तक सीमित रख दिता। असी समझ ना सके कि यह उस्तत निंदा दे कंसैप्ट नूं, ओ किहड़े कंसैप्ट नूं छड्ड के मैं सच दे पल्ले लग सकियां। गुरु साहब अज दी जिहड़ी रामकली राग दे विच जिहड़ी 13 नंबर पौड़ी सी, इस पौड़ी दे विच गुरु साहब स्पष्ट करते पे ने, वो भलिया पुरखा, वो कुदरत के नियम बिल्कुल ते बिल्कुल परफेक्ट ने, पूरे ने। जदों जदों नियम पूर्ण तौर ते वापरनगे, ओ साडी जिंदगी दे विच जे मैं समझ गया कि तू करता तू हुआ, मैनू चलाने वाला मेरा मन है, ते मेरा मन भी अजीब हैरान कर देने वाले खेल खेलता पे। कबहू जिहड़ा ऊब चढ़त है वो जांदे, पर कबहू जाए प्याले। जदों ऐ समझ लिया, फिर मैं ऐ बहाने नहीं मारांगा कि जद किरपा होएगी मैं सुधरांगा। मैं अज सुधरन लई तैयार हो जावांगा। जे मैं नहीं तैयार होया ते गुरु साहब ने कहंदे पे ने कि तू अपने मित्र गवा बैठे। क्यों? क्योंकि तू अपनी जिंदगी दे विच सस दे कारण दुखी सी। जेड़ी सस अज्ञानता रूपी सस तेरी वैरन बन बैठी सी, पर उस सस तू बचन लई तेनू लोड़ है ज्ञान दी। ओ ज्ञान जिन्हों गुरु साहब कहंदे पे ने अज दी पौड़ी विच ओ पूरा गुर है। जे पूरा गुरु साडे जीवन विच आ गया, फिर गुरु साहब कहंदे पे ने सतगुर मित्र मेरा बाल सखाई, जिवें दोस्त तेरा साथ निभांदा है, उस सच्चे ज्ञान ने तेरी जिंदगी की अगवाई करनी है। गुरु कृपा करे। रामकली राग दे विच ए जो एक पौड़ी इस वार विचों असां सारियां ने समझी है। गुरु ग्रंथ साहब दे विच जिवें असीं स्टार्टिंग विच अर्ज कीता 22 वारां ने,
22 ਵਾਰਾਂ ਵਿੱਚੋਂ 2 ਵਾਰਾਂ ਇਹੋ ਜਿਹੀਆਂ ਹਨ ਜਿਨ੍ਹਾਂ ਦੇ ਨਾਲ ਸ਼ਲੋਕ ਦਰਜ ਨਹੀਂ ਨੇ। ਇੱਕ ਹੈ ਬਸੰਤ ਕੀ ਵਾਰ ਤੇ ਇੱਕ ਹੈ ਸੱਤਾ ਤੇ ਬਲਵੰਡ ਕੀ ਵਾਰ। ਬਾਕੀ ਸਾਰੀ ਵਾਰਾਂ ਦੇ ਵਿੱਚ ਪੌੜੀਆਂ ਦੇ ਨਾਲ ਸ਼ਲੋਕ ਦਰਜ ਨੇ। ਰਾਮਕਲੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਇਹ ਜੋ 13 ਨੰਬਰ ਪੌੜੀ ਤੇ ਨਾਲ ਜੋ 2 ਦਰਜ ਸ਼ਲੋਕ ਸੀ, ਅਸਾਂ ਸਾਰਿਆਂ ਨੇ ਅੱਜ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਸ ਕਰਕੇ ਵਿਸ਼ਾ ਲਿਆ ਕਿਉਂਕਿ ਪਿਛਲੀ ਵਾਰ ਨਾਲ ਇਹ ਟੌਪਿਕ ਬਿਲਕੁਲ ਰਲਦਾ ਮਿਲਦਾ ਸੀ ਤੇ ਮੈਨੂੰ ਕਈਆਂ ਨੇ ਕਿਹਾ ਸੀ ਕਿ ਪਿਛਲੀ ਵਾਰ ਦਾ ਟੌਪਿਕ ਕੁਝ ਚੀਜ਼ਾਂ ਪੱਲੇ ਨਹੀਂ ਪਈਆਂ, ਤੇ ਮੈਂ ਸੋਚਿਆ ਉਸੇ ਵਿਸ਼ੇ ਨੂੰ ਥੋੜਾ ਹੋਰ ਵਿਸਤਾਰ ਨਾਲ ਸਮਝ ਸਕੀਏ। ਹੋਈਆਂ ਗਲਤੀਆਂ ਤੇ ਸ਼ਿਮਾ। ਆਪ ਸਭ ਦੇ ਪਿਆਰ ਇਕਾਗਰਤਾ ਦਾ ਬਹੁਤ ਬਹੁਤ ਧੰਨਵਾਦ। ਅਸੀਸ ਦਿਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।